ਜਿਹੜੀ ਤੁਸੀਂ ਜਾਂਚ ਰਿਪੋਰਟ ਤਿਆਰ ਕੀਤੀ ਸੀ ਉਹ ਗਈ ਕਿੱਥੇ? ਸਰਕਾਰ ਕੋਲ ਭੇਜੀ ਸੀਗੀ ਜਾਂ ਮਾਨਯੋਗ ਅਦਾਲਤ ਦੇ ਕੋਲ ਭੇਜੀ ਸੀ, ਔਰ ਕਦੋਂ ਭੇਜੀ ਸੀ? ਜੋ ਜਾਂਚ ਰਿਪੋਰਟ ਸੀਗੀ ਇਹ ਨਾ ਤਾਂ ਸਰਕਾਰ ਨੂੰ ਸੌਂਪੀ ਗਈ ਨਾ ਹੀ ਮਾਨਯੋਗ ਹਾਈ ਕੋਰਟ ਨੂੰ। ਉਹਨਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਬਣਦਾ ਸੀਗਾ, ਕੋਈ ਆਧਾਰ ਸੀਗਾ ਦੋਨਾਂ ਰਿਪੋਰਟਸ ਦਾ, ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵੱਲੋਂ ਤਿਆਰ ਕੀਤੀ ਗਈ ਔਰ ਤੁਹਾਡੇ ਵੱਲੋਂ ਤਿਆਰ ਕੀਤੀ ਗਈ? ਜੋ ਵੀ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਲੇ ਦੁਆਲੇ ਹੀ ਰਹੀ ਹੈ। ਕੋਈ ਵੀ ਉਹਦੇ ਵਿੱਚ ਐਸੀ ਚੀਜ਼ ਨਹੀਂ ਹੈ ਜੋ ਉਸ ਰਿਪੋਰਟ ਦੇ ਵਿੱਚ ਨਹੀਂ ਆਈ। ਉਸ ਰਿਪੋਰਟ ਨੂੰ ਤਾਂ ਸਰਕਾਰ ਨੇ ਐਕਸੈਪਟ ਕੀਤਾ, ਤੁਹਾਡੀ ਰਿਪੋਰਟ ਰੱਦ ਹੋ ਜਾਂਦੀ ਹੈ। ਕਮੀ ਕਿੱਥੇ ਰਹੀ ਹੈ? ਸਿਆਸੀ ਲਿੰਕ ਸੀਗਾ ਇਹਨਾਂ ਤਿੰਨ ਘਟਨਾਵਾਂ ਦੀ ਜੇ ਗੱਲ ਕੀਤੀ ਜਾਵੇ, ਬੇਅਦਬੀ, MSG 2 ਰਿਲੀਜ਼ ਹੋਣੀ ਔਰ ਜਿਹੜਾ ਤੀਸਰੀ ਤੁਸੀਂ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਜਾਂਚ ਦੇ ਵਿੱਚ ਤੁਸੀਂ ਸ਼ਾਮਲ ਕੀਤੇ, ਤੁਹਾਡੇ ਕੋਲ ਆਉਂਦੇ ਰਹੇ, ਸਵਾਲ ਜਵਾਬ ਹੋਏ ਉਹਨਾਂ ਨੂੰ? ਅੱਜ ਵੀ ਤੁਸੀਂ ਪੜਤਾਲ ਕਰਾ ਲਓ, ਬਹੁਤ ਸਾਰੇ ਲੋਕ ਨੰਗੇ ਹੋ ਜਾਣਗੇ। ਸਾਡੇ ਤੇ ਕਾਫੀ ਤਸੱਦਦ ਹੋਇਆ ਜੀ ਇਸ ਦੌਰਾਨ, ਠੀਕ ਹੈ। ਇੱਥੇ ਤੱਕ ਕਿ ਮਾਂ ਪਿਓ ਨੂੰ ਵੀ ਗਾਲ ਕੱਢ ਕੇ ਲੋਕਾਂ ਨੇ ਕਾਫੀ ਜ਼ਿਆਦਾ ਮਤਲਬ ਉਹ ਕੀਤਾ, ਜੋ ਕਿ ਮੈਨੂੰ ਬੋਲਣਾ ਮੈਨੂੰ ਸ਼ਰਮ ਆਉਂਦੀ ਹੈ ਜੀ। ਇਹ ਨਾ ਸਮਝੋ ਕਿ ਇਹ ਸਾਰਾ ਖਤਮ ਹੋ ਗਿਆ। ਇਸ ਦੀ ਵੀ ਜਾਂਚ ਹੋਣੀ ਹੈ ਕਿ ਜੋ ਰਿਪੋਰਟ ਅਸੀਂ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤੀ ਸੀ ਉਸ ਦੀ ਕਾਪੀ ਇਹਨਾਂ ਮੁਜਰਿਮਾਂ ਦੇ ਕੋਲ ਕਿਸ ਤਰੀਕੇ ਦੇ ਨਾਲ ਆਈ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਰਿਪੋਰਟ ਪੇਸ਼ ਕਿਸੇ ਥਾਂ ਤੇ ਹੋ ਰਹੀ ਹੈ ਤੇ ਉਹਦੀ ਕਾਪੀ ਕੈਮ ਸਕੈਨ ਹੋ ਕੇ ਰੀਟ ਦੇ ਨਾਲ ਲੱਗ ਰਹੀ ਹੈ। ਅਸੀਂ ਸਿਪਾਹੀਆਂ ਨੂੰ ਜੇਕਰ ਫੜ ਕੇ ਅੰਦਰ ਦੇ ਦਿੰਦੇ ਫਿਰ ਤਾਂ ਕੋਈ ਰੋਲਾ ਰੱਪਾ ਨਹੀਂ ਹੋਣਾ ਸੀ। ਤੇ ਅਸੀਂ ਜਨਰਲ ਡਾਇਰ ਦੀ ਵੀ ਪਛਾਣ ਕੀਤੀ, ਰਿਪੋਰਟ ਉਹਨਾਂ ਦੇ ਖਿਲਾਫ ਬਣਾਈ। ਜੋ ਮਾਈਕਲ ਓਡਾਇਰ ਸੀਗੇ, ਠੀਕ ਹੈ, ਉਹਨਾਂ ਦੀ ਵੀ ਪਛਾਣ ਕੀਤੀ, ਰਿਪੋਰਟ ਉਹਨਾਂ ਦੇ ਖਿਲਾਫ ਵੀ ਬਣੀ। ਗਵਾਹਾਂ ਦਾ ਇੱਕ ਵਾਰ ਬਿਆਨ ਅਦਾਲਤ ਦੇ ਵਿੱਚ ਕਰਵਾ ਲਓ, ਉਹ ਸਾਡੇ ਸਬੂਤ ਜੋ ਉੱਥੇ ਪੇਸ਼ ਕੀਤੇ ਗਏ ਨੇ ਉਹ ਪੇਸ਼ ਕਰਾ ਲਓ, ਉੱਥੇ ਦੇਖ ਲਓ, ਫਿਰ ਇਸ ਦਾ ਨਜ਼ਾਰਾ ਤੁਹਾਨੂੰ ਕੁਝ ਹੋਰ ਮਿਲਦਾ। ਇਸ ਜਿਪਸੀ ਤੇ ਜੋ ਪ੍ਰੋਟੈਸਟਰ ਸੀਗੇ ਉਹਨਾਂ ਨੇ ਫਾਇਰ ਮਾਰੀ ਸੀ 12 ਬੋਰ ਦੇ ਗਨ ਦੇ ਨਾਲ। ਅਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਸਾਡਾ ਇਹ ਕਸੂਰ ਹੋ ਗਿਆ ਕਿ ਅਸੀਂ ਇਹ ਲੱਭ ਲਿਆ ਕਿ ਇਹ ਤਾਂ ਇਹਨਾਂ ਨੇ ਆਪ ਉਹਦੇ ਉੱਤੇ ਫਾਇਰ ਮਾਰੀ ਸੀ। ਬਬਲ ਕਲਾ ਦੇ ਵਿੱਚ ਜੋ ਫਾਇਰਿੰਗ ਹੋਈ ਸੀ ਉਹ ਵੀ FIR ਦੇਖ ਲਓ ਤੇ ਇਧਰ ਕੋਟਕਪੂਰਾ ਵਾਲਾ ਦੇਖ ਲਓ। ਪੁਲਿਸ ਵਾਲਿਆਂ ਦਾ ਹੈ ਨਾ, ਇੱਕ ਪੁਲਿਸ ਵਾਲਾ ਸਾਨੂੰ ਇਹ ਵੀ ਲੱਭ ਗਿਆ ਕਿ ਉਸ FIR ਦੇ ਵਿੱਚ ਮਤਲਬ ਦੋਵੇਂ FIR ਦੇ ਵਿੱਚ ਇੱਕ ਬੰਦੇ ਦਾ ਨਾਮ ਹੈ। ਮੰਨ ਲਓ ਕੋਟਕਪੂਰਾ ਦੇ ਵਿੱਚ ਜੋ ਇੰਜਰਡ ਹੋ ਗਿਆ ਉਹ ਹਸਪੀਟਲ ਚਲਾ ਗਿਆ ਤੇ ਉਹ ਫਿਰ ਬਹਬਲ ਕਲਾ ਕਿਸ ਤਰ੍ਹਾਂ ਇੰਜਰਡ ਹੋ ਰਹਾ ਹੈ? ਇੱਕ ਆਦਮੀ ਦੋ ਬਾਰ ਕਿਸ ਤਰ੍ਹਾਂ ਇੰਜਰਡ ਹੋਗਾ? ਜੇਕਰ ਸੀਰੀਅਸ ਇੰਜਰੀ ਹੋ ਗਈ ਤੇ ਬੰਦਾ ਹਸਪੀਟਲ ਚਲਾ ਗਿਆ। ਤੇ ਇਸ ਬਹੁਤ ਸਾਰੀਆਂ ਖਾਮੀਆਂ ਸੀਗੀਆਂ ਜੀ। ਮੁਸ਼ਕਲਾਂ ਕਿੰਨੀਆਂ ਕਈਆਂ ਜਾਂਚ ਦੇ ਵਿੱਚ ਔਰ ਕਿਸ ਤਰੀਕੇ ਦੀਆਂ ਮੁਸ਼ਕਲਾਂ ਸੀਗੀਆਂ? ਤੁਹਾਡੇ ਮਾਂ-ਪਿਓ ਨੂੰ ਕੋਈ ਗਾਲ ਕੱਢ ਕੇ ਬੋਲ ਰਿਹਾ ਹੈ ਤਾਂ ਉਸ ਦਾ ਜਵਾਬ ਜੇਕਰ ਤੁਸੀਂ ਨਹੀਂ ਦਿੰਦੇ ਹੋ ਤੇ ਇਹ ਵੀ ਜਸਟੀਫਾਈਡ ਨਹੀਂ ਹੁੰਦਾ। ਲਾਲ ਡਾਇਰੀ ਦੇ ਵਿੱਚ ਵੀ ਕਹਿੰਦੇ ਤੁਹਾਡਾ ਨਾਮ ਦਰਜ ਹੋ ਗਿਆ। ਇਸ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਵੇ ਤੇ ਲੋਕੀ ਮਜ਼ਾਕ ਉਡਾਉਂਦੇ ਨੇ ਇਸ ਚੀਜ਼ ਦਾ, ਠੀਕ ਹੈ ਕਿ ਨਹੀਂ? ਜਲੇ ਦੇ ਉੱਤੇ ਨਮਕ ਛਿੜਕਣਾ ਜਿਸ ਨੂੰ ਕਿਹਾ ਜਾਂਦਾ ਹੈ। ਸਾਲ 2 ਸਾਲ 4 ਸਾਲ 6-7 ਸਾਲ ਲਗਾ ਸਕਦੇ ਹੋ, ਕੋਈ ਸਿੱਟਾ ਨਿਕਲਣਾ ਨਹੀਂ ਹੁੰਦਾ, ਇਹਦੇ ਵਿੱਚ ਨਿਕਲਣਾ ਹੀ ਨਹੀਂ ਹੈ। ਰੀ ਇਨਵੈਸਟੀਗੇਸ਼ਨ ਇੱਕ ਤਰੀਕੇ ਦੇ ਨਾਲ ਸੰਭਵ ਹੀ ਨਹੀਂ ਹੈ ਇਸ ਕੇਸ ਦਾ। ਸਾਫ਼ ਮਿਲਣ ਦੀ ਉਮੀਦ ਹੈ ਲੋਕਾਂ ਨੂੰ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਕੋਟਕਪੂਰਾ ਗੋਲੀकांड ਨੂੰ ਲੈ ਕੇ ਬਣਾਈ ਗਈ ਪਹਿਲੀ SIT ਦੇ ਵੱਲੋਂ 10ਵਾਂ ਚਲਾਨ ਪੇਸ਼ ਕੀਤਾ ਤਾਂ ਉਸ ਚਲਾਨ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਰੱਦ ਕਰ ਦਿੱਤਾ ਗਿਆ। ਉਹ SIT ਵੀ ਭੰਗ ਕਰ ਦਿੱਤੀ, ਜਿਸ ਤੋਂ ਤੁਰੰਤ ਬਾਅਦ ਉਸ ਜਾਂਚ ਦੇ ਮੈਂਬਰ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ, ਨੌਕਰੀ ਛੱਡ ਦਿੱਤੀ ਗਈ। ਹਾਲਾਂਕਿ ਸਰਕਾਰ ਦੇ ਵੱਲੋਂ ਅੱਜ ਇੱਕ ਨਵੀਂ SIT ਦਾ ਗਠਨ ਵੀ ਕੀਤਾ ਹੈ। ਸਾਡੇ ਨਾਲ ਐਕਸਕਲੂਸਿਵਲੀ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਮੌਜੂਦ ਨੇ। ਜਾਂਚ ਕਿਵੇਂ ਸ਼ੁਰੂ ਹੋਈ, ਜਾਂਚ ਦੀ ਰਿਪੋਰਟ ਸਰਕਾਰ ਕੋਲ ਗਈ ਜਾਂ ਫਿਰ ਮਾਨਯੋਗ ਅਦਾਲਤ ਦੇ ਕੋਲ ਗਈ, ਅਸਤੀਫਾ ਕਿਉਂ ਦਿੱਤਾ ਹੈ, ਨਵੀਂ SIT ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ, ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਸਰ, ਸਵਾਗਤ ਹੈ ਤੁਹਾਡਾ ਹਮਦਰਦ TV। ਥੈਂਕ ਯੂ ਵੈਰੀ ਮਚ। ਸਰ, ਜਿਵੇਂ ਪਹਿਲਾ ਸਵਾਲ ਮੇਰਾ ਇਹੀ ਹੈ, ਹਰ ਇਨਸਾਨ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਾਊਟ ਹੈ ਕਿ ਜਿਹੜੀ ਤੁਸੀਂ ਜਾਂਚ ਰਿਪੋਰਟ ਤਿਆਰ ਕੀਤੀ ਸੀ ਉਹ ਗਈ ਕਿੱਥੇ? ਸਰਕਾਰ ਕੋਲ ਭੇਜੀ ਸੀਗੀ ਜਾਂ ਮਾਨਯੋਗ ਅਦਾਲਤ ਦੇ ਕੋਲ ਭੇਜੀ ਸੀ, ਔਰ ਕਦੋਂ ਭੇਜੀ ਸੀ? ਦੇਖੋ, ਇਹ ਸੱਚਮੁੱਚ ਇੱਕ ਤੁਸੀਂ ਚੰਗਾ ਸਵਾਲ ਕੀਤਾ। ਜੋ ਜਾਂਚ ਰਿਪੋਰਟ ਸੀਗੀ ਇਹ ਨਾ ਤਾਂ ਸਰਕਾਰ ਨੂੰ ਸੌਂਪੀ ਗਈ ਨਾ ਹੀ ਮਾਨਯੋਗ ਹਾਈ ਕੋਰਟ ਨੂੰ। ਇਹ ਜਾਂਚ ਰਿਪੋਰਟ ਕਿਉਂਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ, ਤਫਤੀਸ਼ ਕਰ ਰਹੇ ਸੀ। ਤਫਤੀਸ਼ ਦੀ ਰਿਪੋਰਟ ਜੋ ਹੁੰਦੀ ਹੈ ਉਹ ਅਦਾਲਤ ਦੇ ਵਿੱਚ ਦਿੱਤੀ ਜਾਂਦੀ ਹੈ। ਅਦਾਲਤ ਵੀ ਕਿਉਂਕਿ ਇਹ ਫਰੀਦਕੋਟ ਦਾ ਮਸਲਾ ਸੀਗਾ ਤਾਂ ਫਰੀਦਕੋਟ ਦੀ ਮਾਨਯੋਗ ਇਲਾਕਾ ਮੈਜਿਸਟ੍ਰੇਟ ਜੀ ਜੋ ਅਦਾਲਤ ਹੈ ਉੱਥੇ ਅਸੀਂ ਰਿਪੋਰਟ ਸੌਂਪੀ ਸੀ ਤੇ ਪਹਿਲਾ ਚਲਾਨ 27 ਮਈ 2019 ਨੂੰ ਅਸੀਂ ਅਦਾਲਤ ਦੇ ਵਿੱਚ ਟੂ-ਕੋਟ ਕਰਾਇਆ ਸੀ ਤੇ ਉਸ ਤੋਂ ਬਾਅਦ ਰਿਪੋਰਟ 2, ਰਿਪੋਰਟ 3, ਰਿਪੋਰਟ 4 ਤੱਕ ਕੋਟਕਪੂਰਾ ਦੇ ਵਿੱਚ ਅਸੀਂ ਦਾਖਲ ਕੀਤੀ ਸੀ ਤੇ ਇੱਕ 5ਵੀਂ ਰਿਪੋਰਟ ਵੀ ਸੀਗੀ
ਤੇ ਕਹਿਣ ਦਾ ਇਹ ਮਤਲਬ ਹੈ ਕਿ ਜੋ ਅਸੀਂ ਰਿਪੋਰਟ ਦਿੱਤੀ ਸੀ ਉਹ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਦਿੱਤੀ ਸੀ ਜੀ। ਕਦੋਂ ਦਿੱਤੀ ਸੀਗੀ ਜਿਹੜੀ ਆਖਰੀ ਹੈ ਇਹਦਾ ਕਿੰਨਾ ਕੁ ਸਮਾਂ ਸੀਗਾ ਕਦੋਂ? ਦੇਖੋ ਅਸੀਂ ਵੱਖ-ਵੱਖ ਟਾਈਮ ਤੇ, ਜਿਸ ਤਰ੍ਹਾਂ ਮੈਂ ਕਿਹਾ ਕਿ 27 ਮਈ 2019 ਨੂੰ ਪਹਿਲੀ ਰਿਪੋਰਟ ਅਸੀਂ ਦਿੱਤੀ ਸੀ। ਸਾਡੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ ਅਕਤੂਬਰ 2018 ਦੇ ਵਿੱਚ, ਤੇ ਪਹਿਲਾ ਚਲਾਨ ਜਿਹੜਾ ਸੀਗਾ ਉਹ ਫਸਟ ਚਲਾਨ 27 ਮਈ 2019 ਨੂੰ ਦਿੱਤਾ ਗਿਆ ਸੀ। ਉਹਦੇ ਵਿੱਚ ਜੋ ਚੌਥਾ ਚਲਾਨ ਸੀ ਉਹ ਜਨਵਰੀ 2021 ਦੇ ਵਿੱਚ ਅਸੀਂ ਫਾਈਲ ਕੀਤਾ ਸੀ। ਤੇ ਟੋਟਲ 5 ਚਲਾਨ ਜੋ ਨੇ, ਜੋ ਤੁਸੀਂ ਕਹਿ ਰਹੇ ਹੋ ਰੱਦ ਹੋਏ ਨੇ, ਉਹ 5 ਚਲਾਨ ਰੱਦ ਹੋਏ ਨੇ। ਜਿਵੇਂ ਇਸ ਤੋਂ ਪਹਿਲਾਂ ਇਸ ਜਾਂਚ ਲਈ ਇੱਕ ਕਮਿਸ਼ਨ ਵੀ ਬਣਾਇਆ ਗਿਆ ਸੀ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਹਨਾਂ ਵੱਲੋਂ ਵੀ ਇੱਕ ਰਿਪੋਰਟ ਤਿਆਰ ਕੀਤੀ ਸੀਗੀ, ਤੁਹਾਡੇ ਵੱਲੋਂ ਵੀ ਲਗਭਗ ਮੈਨੂੰ ਲੱਗਦਾ ਵੀ 2 ਸਾਲ ਦਾ ਸਮਾਂ ਜਾਂਚ ਦੇ ਵਿੱਚ ਲਗਾਇਆ, ਬਹੁਤ ਬਰੀਕੀ ਦੇ ਨਾਲ ਤੱਥ ਵੀ ਇਕੱਠੇ ਕੀਤੇ, ਤੁਹਾਡਾ ਦਾਅਵਾ ਹੈ। ਉਹਨਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਬਣਦਾ ਸੀਗਾ, ਕੋਈ ਆਧਾਰ ਸੀਗਾ ਦੋਨਾਂ ਰਿਪੋਰਟਸ ਦਾ, ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵੱਲੋਂ ਤਿਆਰ ਕੀਤੀ ਗਈ ਔਰ ਤੁਹਾਡੇ ਵੱਲੋਂ ਤਿਆਰ ਕੀਤੀ ਗਈ? ਦੇਖੋ ਇਹ ਸਵਾਲ ਵੀ ਤੁਹਾਡਾ ਬਹੁਤ ਵਧੀਆ ਹੈ ਕਿ ਜੋ ਆਨਰੇਬਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸੀਗੀ, ਉਸ ਰਿਪੋਰਟ ਦੇ ਵਿੱਚ ਹੀ ਇਹ ਜ਼ਿਕਰ ਕੀਤਾ ਗਿਆ ਸੀ ਕਿ ਕੋਟਕਪੂਰਾ ਫਾਇਰਿੰਗ ਦੇ ਸੰਬੰਧ ਦੇ ਵਿੱਚ ਇੱਕ FIR ਦਰਜ ਕੀਤਾ ਜਾਵੇ ਤੇ ਉਸ FIR ਦੀ ਤਫਤੀਸ਼ ਵਾਸਤੇ ਇੱਕ ਇਨਵੈਸਟੀਗੇਸ਼ਨ ਟੀਮ ਬਣਾਈ ਜਾਵੇ। ਤੇ ਤੁਸੀਂ ਦੇਖੋਗੇ ਕਿ ਜਦੋਂ ਰਿਪੋਰਟ 30 ਜੂਨ 2018 ਨੂੰ ਇਹ ਰਿਪੋਰਟ ਸੌਂਪੀ ਗਈ ਸੀ, ਉਸ ਤੋਂ ਬਾਅਦ ਦੇਖੋ ਸਰਕਾਰ ਨੇ ਇਸ ਰਿਪੋਰਟ ਨੂੰ ਐਕਸੈਪਟ ਕਰ ਲਿਆ। ਵਿਧਾਨ ਸਭਾ ਦੇ ਵਿੱਚ ਵੀ ਕਾਫੀ ਚਰਚਾ ਹੋਈ ਸੀ ਇਸ ਰਿਪੋਰਟ ਦੇ ਉੱਤੇ, ਤੇ ਵਿਧਾਨ ਸਭਾ ਦੇ ਵਿੱਚ ਵੀ ਮਤਾ ਪਾਸ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਇੱਕ FIR ਦਰਜ ਕੀਤਾ ਗਿਆ 7/8/2018 ਨੂੰ, ਇਹ FIR ਦਰਜ ਕੀਤਾ ਗਿਆ ਕੋਟਕਪੂਰਾ ਫਾਇਰਿੰਗ ਦੇ ਸੰਬੰਧ ਦੇ ਵਿੱਚ। ਤੇ ਸਤੰਬਰ ਮਹੀਨੇ ਦੇ ਵਿੱਚ ਇਹ SIT ਦਾ ਗਠਨ ਹੋਇਆ ਸੀ। ਕੁਝ ਸਟੇ ਹੋ ਗਿਆ ਮਾਨਯੋਗ ਹਾਈ ਕੋਰਟ ਦੇ ਵਿੱਚ, ਜਿਸ ਕਰਕੇ ਅਸੀਂ ਅਕਤੂਬਰ ਮਹੀਨੇ ਤੋਂ 2018 ਦੇ ਵਿੱਚ ਇਸ ਕੇਸ ਦੀ ਤਫਤੀਸ਼ ਸ਼ੁਰੂ ਕੀਤੀ ਸੀ। ਜੋ ਗੱਲ ਤੁਸੀਂ ਕਹਿ ਰਹੇ ਹੋ ਕਿ ਉਹਦੇ ਨਾਲ ਲਿੰਕ ਕੀ ਹੈ, ਲਿੰਕ ਇਹ ਹੈ ਕਿ ਸਾਡਾ ਜੋ ਕੰਮ ਸੀ ਜਾਂ ਜੋ ਤੁਸੀਂ ਕਹਿ ਸਕਦੇ ਹੋ ਚਲਾਨ ਹੈ, ਬੇਸਿਕਲੀ ਇਹ ਹੈ ਕਿ ਜੋ ਫਾਈਂਡਿੰਗ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਹੈ, ਉਸ ਫਾਈਂਡਿੰਗ ਦੇ ਆਧਾਰ 'ਤੇ ਹੀ ਸਾਡਾ ਜੋ ਇਨਵੈਸਟੀਗੇਸ਼ਨ ਸੀਗਾ ਉਹ ਆਧਾਰਿਤ ਸੀਗਾ। ਮੰਨ ਲਓ ਕੋਈ ਬਿਆਨ ਆ ਗਿਆ ਜਾਂ ਕੋਈ ਵੀ ਚੀਜ਼ ਆ ਗਿਆ, ਉਸ ਦੇ ਸੰਬੰਧ ਦੇ ਵਿੱਚ ਅਸੀਂ ਹੋਰ ਐਵੀਡੈਂਸ, ਜਿਸ ਤਰ੍ਹਾਂ ਸਬੂਤ ਹੁੰਦਾ ਹੈ ਨਾ, ਅਸੀਂ ਜਿਸ ਤਰ੍ਹਾਂ ਮੰਨ ਲਓ ਮੈਡੀਕਲ ਲੀਗਲ ਰਿਪੋਰਟ ਹੈ ਜਾਂ ਬਹੁਤ ਸਾਰੇ ਡਾਕੂਮੈਂਟਰੀ ਸਬੂਤ ਨੇ, ਤਾਂ ਉਹ ਸਾਰਾ ਸਬੂਤ ਇਕੱਠਾ ਕਰਕੇ ਮਤਲਬ ਅਸੀਂ ਅਦਾਲਤ ਦੇ ਵਿੱਚ ਚਲਾਨ ਦੇ ਰੂਪ ਦੇ ਵਿੱਚ ਦਿੱਤਾ ਸੀ। ਤੇ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਜੋ ਵੀ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਲੇ ਦੁਆਲੇ ਹੀ ਰਹੀ ਹੈ। ਕੋਈ ਵੀ ਉਹਦੇ ਵਿੱਚ ਐਸੀ ਚੀਜ਼ ਨਹੀਂ ਹੈ ਜੋ ਉਸ ਰਿਪੋਰਟ ਦੇ ਵਿੱਚ ਨਹੀਂ ਆਈ ਹੈ। ਇਹ ਕਹਿ ਸਕਦੇ ਹੋ ਕਿ ਰਿਪੋਰਟ ਦੇ ਵਿੱਚ ਮੰਨ ਲਓ ਥੋੜੀ ਚੀਜ਼ ਦਿੱਤੀ ਗਈ ਹੈ, ਲੇਕਿਨ ਉਹ ਸਾਡਾ ਜੋ ਇਨਵੈਸਟੀਗੇਸ਼ਨ ਸੀਗਾ ਉਸ ਦਾ ਤੁਸੀਂ ਐਕਸਟੈਂਸ਼ਨ, ਐਕਸਪੈਂਸ਼ਨ ਤੇ ਇਲੈਬੋਰੇਸ਼ਨ ਕਹਿ ਸਕਦੇ ਹੋ ਕਿ ਉਹਨੂੰ ਵਿਸਤਾਰਪੂਰਵਕ ਐਵੀਡੈਂਸ ਦੇ ਨਾਲ ਚਲਾਨ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ। ਤੇ ਇਨ ਨਟਸੈਲ ਸੰਖੇਪ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਇਨਵੈਸਟੀਗੇਸ਼ਨ ਦਾ ਜੋ ਆਧਾਰ ਸੀਗਾ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੀ ਸੀਗਾ। ਉਸ ਰਿਪੋਰਟ ਨੂੰ ਤਾਂ ਸਰਕਾਰ ਨੇ ਐਕਸੈਪਟ ਕੀਤਾ, ਤੁਹਾਡੀ ਰਿਪੋਰਟ ਰੱਦ ਹੋ ਜਾਂਦੀ ਹੈ, ਕਮੀ ਕਿੱਥੇ ਰਹੀ ਹੈ ਫਿਰ ਰੱਦ ਹੋਣ ਦੇ ਵਿੱਚ? ਦੇਖੋ ਸਭ ਤੋਂ ਪਹਿਲਾਂ ਉਸ ਰਿਪੋਰਟ ਨੂੰ ਹੀ ਚੈਲੰਜ ਕੀਤਾ ਗਿਆ ਸੀ, ਉਸ ਰਿਪੋਰਟ ਨੂੰ ਹੀ ਚੈਲੰਜ ਕੀਤਾ ਗਿਆ ਸੀ ਤੇ ਉਸ ਕਮਿਸ਼ਨ ਨੂੰ ਵੀ ਚੈਲੰਜ ਕੀਤਾ ਗਿਆ ਸੀ। ਤਾਂ ਮਾਨਯੋਗ ਹਾਈ ਕੋਰਟ ਨੇ ਕਾਫੀ ਚਿਰ ਪਹਿਲਾਂ 25 ਜਨਵਰੀ 2019 ਨੂੰ ਇੱਕ ਆਰਡਰ ਪਾਸ ਕੀਤਾ। ਪਾਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਹੋਇਆ ਸੀ ਉਹ ਵੀ ਸਹੀ ਹੈ, ਤੇ ਜੋ ਉਹ ਰਿਪੋਰਟ ਜੋ ਹੈ ਉਹ ਰਿਪੋਰਟ ਨੂੰ ਵੀ ਉਹਨਾਂ ਨੇ ਓਕੇ ਕੀਤਾ ਸੀ। ਇਹ ਜ਼ਰੂਰ ਕਿਹਾ ਸੀ ਕਿ ਜੋ SIT ਹੋਗੀ ਇਹ ਹੂ ਬਹੂ ਉਸ ਰਿਪੋਰਟ ਦੇ ਆਧਾਰ 'ਤੇ ਨਹੀਂ ਜਾਏਗੀ, ਲੇਕਿਨ ਨਾ ਸਾਡੇ ਵਾਸਤੇ ਉਹਦੇ ਉੱਤੇ ਕੋਈ ਪਾਬੰਦੀ ਸੀਗੀ, ਲੇਕਿਨ ਜੇਕਰ ਫੈਕਟਸ ਸਹੀ ਆਏ ਨੇ ਉਸ ਰਿਪੋਰਟ ਦੇ ਵਿੱਚ ਤਾਂ ਤਫਤੀਸ਼ ਦੇ ਵਿੱਚ ਵੀ ਉਹ ਫੈਕਟਸ ਆ ਸਕਦੇ ਨੇ। ਤਾਂ ਤੁਸੀਂ ਦੇਖੋਗੇ ਕਿ ਆਖਰੀ ਚਲਾਨ ਜੋ ਅਸੀਂ ਦਿੱਤਾ ਸੀ ਨਾ ਉਹਦੇ ਵਿੱਚ ਉਸ ਰਿਪੋਰਟ ਦੇ ਵੀ ਕਾਪੀ ਲਗਾਈ ਹੋਈ ਸੀ, ਕਿਉਂਕਿ ਉਹ ਰਿਪੋਰਟ ਫੈਕਟ ਫਾਈਂਡਿੰਗ ਰਿਪੋਰਟ ਸੀਗੀ। ਤਾਂ ਉਸ ਰਿਪੋਰਟ ਦੇ ਨਾਲ ਅਸੀਂ ਐਡੀਸ਼ਨਲ ਐਵੀਡੈਂਸ ਲਗਾ ਕੇ ਉਹ ਚਲਾਨ ਅਸੀਂ ਦਿੱਤਾ ਸੀ। ਪਿਛੋਕੜ ਦੀ ਗੱਲ ਕਰਦੇ ਹਾਂ, ਇਹ ਸਾਰਾ ਜਿੱਥੋਂ ਇਹ ਸਿਲਸਿਲਾ ਚੱਲਿਆ ਹੈ, ਦੇਖੋ ਪਿਛੋਕੜ ਸਾਰਿਆਂ ਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ ਪਿਛੋਕੜ। ਤੇ ਇਨਵੈਸਟੀਗੇਸ਼ਨ ਦਾ ਵੀ ਇੱਕ ਕੰਮ ਹੁੰਦਾ ਹੈ ਕਿ ਜਦੋਂ ਇਨਵੈਸਟੀਗੇਸ਼ਨ ਕੀਤਾ ਜਾਂਦਾ ਹੈ
ਮੰਨ ਲਓ ਇੰਨਾ ਹੀ ਸੌਖਾ ਇਨਵੈਸਟੀਗੇਸ਼ਨ ਸੀਗਾ ਤੇ ਸਿਰਫ 307 ਦਾ ਕੇਸ ਸੀ, ਅਟੈਂਪਟ ਟੂ ਮਰਡਰ ਦਾ ਕੇਸ ਸੀਗਾ ਤੇ ਇੱਕ ਇੰਸਪੈਕਟਰ ਸਫੀਸ਼ੀਐਂਟ ਸੀਗਾ ਜੀ ਉਸ ਕੇਸ ਦੀ ਤਫਤੀਸ਼ ਵਾਸਤੇ। ਨਾ ਕਿਸੇ ਕਮਿਸ਼ਨ ਦੀ ਲੋੜ ਸੀਗੀ, ਨਾ ਬਹੁਤ ਹਾਈ ਲੈਵਲ SIT ਬਣਾਉਣ ਦੀ ਲੋੜ ਸੀਗੀ। ਤੇ ਜੋ ਪਿਛੋਕੜ ਹੈ ਜੀ, ਦੇਖੋ ਫਾਇਰਿੰਗ ਹੋਈ ਕਿਉਂਕਿ ਪ੍ਰੋਟੈਸਟ ਹੋਇਆ ਸੀ। अब प्रोटेस्ट क्यों होया ये तो इन्वेस्टिगेशन दे विच देना है, ये कमीशन की रिपोर्ट दे विच भी है। जस्टिस रंजीत सिंह कमीशन की रिपोर्ट दे विच भी विस्तारपूर्वक दिता गया है। असी भी सबूत दे नाल विस्तारपूर्वक दिता अपनी रिपोर्ट दे विच कि क्यों प्रोटेस्ट क्यों होया सी। प्रोटेस्ट का एक कारण सीगा बेअदबी जो बरगाड़ी दे विच ते बुर जवाहर सिंह वाला पिंड दे विच जो ते ਵੱਖ-ਵੱਖ ਥਾਵਾਂ ਤੇ ਜੋ ਬੇਅਦਬੀ ਦੇ ਇਨਸੀਡੈਂਟਸ ਹੋਏ ਸੀਗੇ ਤੇ ਉਹਦੇ ਕਰਕੇ ਇਹ ਪ੍ਰੋਟੈਸਟ ਹੋਇਆ ਸੀ। ਨਾਲ ਦੇ ਨਾਲ ਜੋ ਇੱਕ ਮੂਵੀ ਰਿਲੀਜ਼ ਹੋਈ ਸੀਗੀ MSG 2 ਉਹ ਵੀ ਇੱਕ ਕਾਰਨ ਸੀਗਾ ਅਤੇ ਇੱਕ ਮਾਫੀ ਵੀ ਦਿੱਤੀ ਗਈ ਸੀ, ਠੀਕ ਹੈ ਕਿ ਨਹੀਂ। ਤੇ ਉਹ ਮਾਫੀ ਵੀ ਇਹ ਤਿੰਨ ਕਾਰਨ ਸੀਗੇ ਤੇ ਪੁੱਛਕੜ ਦੇ ਰੂਪ ਦੇ ਵਿੱਚ ਤੁਸੀਂ ਕਹੋਗੇ ਤਾਂ ਉਹ ਹੋ ਗਿਆ ਬੇਅਦਬੀ, ਮਾਫੀ ਤੇ ਰਿਲੀਜ਼ ਆਫ MSG 2। ਇਹ ਮਤਲਬ ਉਹਦਾ ਬੈਕਗਰਾਊਂਡ ਸੀਗਾ ਉਸ ਪ੍ਰੋਟੈਸਟ ਦਾ। ਕੁੱਲ ਮਿਲਾ ਕੇ ਦੇਖਿਆ ਜਾਵੇ ਸਿਆਸੀ ਲਿੰਕ ਸੀਗਾ ਇਹਨਾਂ ਤਿੰਨ ਘਟਨਾਵਾਂ ਦੀ ਜੇ ਗੱਲ ਕੀਤੀ ਜਾਵੇ, ਬੇਅਦਬੀ, MSG 2 ਰਿਲੀਜ਼ ਹੋਣੀ ਔਰ ਜਿਹੜਾ ਤੀਸਰੀ ਤੁਸੀਂ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਜਾਂਚ ਦੇ ਵਿੱਚ ਤੁਸੀਂ ਸ਼ਾਮਲ ਕੀਤੇ, ਤੁਹਾਡੇ ਕੋਲ ਆਉਂਦੇ ਰਹੇ, ਸਵਾਲ ਜਵਾਬ ਹੋਏ ਉਹਨਾਂ ਨਾਲ। ਦੇਖੋ ਜੋ ਕੁਝ ਵੀ ਆਇਆ ਹੈ ਸਾਰਾ ਕੁਝ ਵਿਸਤਾਰਪੂਰਵਕ ਉਸ ਰਿਪੋਰਟ ਦੇ ਵਿੱਚ ਹੈ ਜੀ, ਕਿਉਂਕਿ ਮੈਂ ਮੀਡੀਆ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹਾਂ। ਕਈ ਲੋਕ ਇਹ ਸੋਚਦੇ ਨੇ ਕਿ ਮੈਂ ਮੀਡੀਆ ਦੇ ਨਾਲ ਸ਼ੇਅਰ ਕੀਤਾ ਇਸ ਇਨਵੈਸਟੀਗੇਸ਼ਨ ਦੇ ਬਾਰੇ, ਠੀਕ ਹੈ। ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ 2 ਸਾਲ ਤੱਕ ਜਦੋਂ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਜਦੋਂ ਖਤਮ ਕੀਤਾ, ਅਸੀਂ ਇਨਵੈਸਟੀਗੇਸ਼ਨ ਕਨਕਲੂਡ ਕੀਤਾ 15 ਮਾਰਚ 2021 ਨੂੰ। ਇਸ ਸਾਲ ਮਾਰਚ 2021 ਨੂੰ ਅਸੀਂ ਰਸਮੀ ਤੌਰ ਤੇ ਇਸ ਤਫਤੀਸ਼ ਨੂੰ ਕੰਪਲੀਟ ਕੀਤਾ ਤੇ ਅਸੀਂ ਪ੍ਰੈਸ ਕਾਨਫਰੰਸ ਉਸ ਦਿਨ ਜ਼ਰੂਰ ਕੀਤਾ ਸੀ ਕਿ ਸਾਡਾ ਇਨਵੈਸਟੀਗੇਸ਼ਨ ਕੰਪਲੀਟ ਹੋ ਗਿਆ ਹੈ, ਠੀਕ ਹੈ। ਤੇ 2 ਸਾਲ ਤੱਕ ਤਕਰੀਬਨ ਅਸੀਂ ਤਫਤੀਸ਼ ਕੀਤੀ ਤੇ ਇਸ ਦੌਰਾਨ ਅਸੀਂ ਮੀਡੀਆ ਦੇ ਨਾਲ ਕੋਈ ਵੀ ਚੀਜ਼ ਇਨਵੈਸਟੀਗੇਸ਼ਨ ਦੇ ਬਾਬਤ ਸ਼ੇਅਰ ਅਸੀਂ ਨਹੀਂ ਕੀਤੀ। ਜੋ ਮੰਨ ਲਓ ਇਨਵੈਸਟੀਗੇਸ਼ਨ ਦਾ ਅੰਦਰਲਾ ਕੋਈ ਚੀਜ਼ ਹੈ, ਮਤਲਬ ਇੰਟਰਨਲ ਇਨਵੈਸਟੀਗੇਸ਼ਨ ਦੀ ਕੋਈ ਚੀਜ਼ ਹੈ, ਉਹ ਮੀਡੀਆ ਦੇ ਨਾਲ ਅਸੀਂ ਸ਼ੇਅਰ ਨਹੀਂ ਕੀਤੀ। ਲੇਕਿਨ ਸਾਡੇ ਤੇ ਕਾਫੀ ਤਸੱਦਦ ਹੋਇਆ ਜੀ ਇਸ ਦੌਰਾਨ, ਠੀਕ ਹੈ। ਇੱਥੇ ਤੱਕ ਕਿ ਮਾਂ ਪਿਓ ਨੂੰ ਵੀ ਗਾਲ ਕੱਢ ਕੇ ਲੋਕਾਂ ਨੇ ਕਾਫੀ ਜ਼ਿਆਦਾ ਮਤਲਬ ਉਹ ਕੀਤਾ, ਜੋ ਕਿ ਮੈਨੂੰ ਬੋਲਣਾ ਮੈਨੂੰ ਸ਼ਰਮ ਆਉਂਦੀ ਹੈ ਜੀ। ਅਸੀਂ ਸਰਕਾਰ ਨੂੰ ਵੀ ਰਿਪੋਰਟ ਕੀਤੀ ਇਸ ਦੇ ਬਾਰੇ। ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੀ, ਇਹ ਕਰਾਂਗੇ। ਅਖਬਾਰਾਂ ਦੇ ਵਿੱਚ ਵੀ ਆ ਗਿਆ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਗੀ, ਲੇਕਿਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਲੇਕਿਨ ਜੇਕਰ ਤੁਹਾਡੇ ਮਾਂ ਪਿਓ ਨੂੰ ਕੋਈ ਗੱਲ ਕੱਢ ਕੇ ਬੋਲ ਰਿਹਾ ਹੈ ਤਾਂ ਤੁਸੀਂ ਉਹਦਾ ਜਵਾਬ ਦਿਓਗੇ ਕਿ ਨਹੀਂ ਦਿਓਗੇ। ਤੇ ਇਸ ਕਰਕੇ ਮੈਨੂੰ ਵੀ ਉਹਦਾ ਜਵਾਬ ਦੇਣਾ ਪਿਆ ਤੇ ਅਸੀਂ ਤਫਤੀਸ਼ ਸ਼ੇਅਰ ਨਹੀਂ ਕੀਤੀ। ਜੋ ਇਹ ਸਾਨੂੰ ਉਕਸਾਉਂਦੇ ਸੀਗੇ, ਸਾਡੇ ਖਿਲਾਫ ਬੋਲਦੇ ਸੀਗੇ, ਗਲਤ ਪ੍ਰਚਾਰ ਕਰਦੇ ਸੀਗੇ, ਉਸ ਦਾ ਜਵਾਬ ਮੈਂ ਜ਼ਰੂਰ ਦਿੱਤਾ ਸੀ। ਲੇਕਿਨ ਤਫਤੀਸ਼ ਦੀ ਕੋਈ ਗੱਲ ਅਸੀਂ ਬਾਹਰ ਸ਼ੇਅਰ ਨਹੀਂ ਕੀਤੀ ਮੀਡੀਆ ਦੇ ਨਾਲ। ਇਹ ਚਲਾਨ ਵੀ ਦੇਖੋ ਜਨਤਕ ਕਿਸ ਤਰੀਕੇ ਦੇ ਨਾਲ ਹੋਇਆ। ਇਹ ਚਲਾਨ ਜੋ ਹੈ ਜਨਤਕ ਹੋਇਆ ਜਦੋਂ ਇਹ ਰਿਟ ਫਾਈਲ ਹੋਇਆ, ਸਾਡੇ ਵੱਲੋਂ ਨਹੀਂ ਹੋਇਆ ਜਨਤਕ। ਜਦੋਂ ਰਿਟ ਫਾਈਲ ਹੋ ਗਿਆ, ਇਹ ਵੀ ਦੇਖੋ ਅੱਜ ਵੀ ਤੁਸੀਂ ਪੜਤਾਲ ਕਰਾ ਲਓ, ਬਹੁਤ ਸਾਰੇ ਲੋਕ ਨੰਗੇ ਹੋ ਜਾਣਗੇ, ਬਹੁਤ ਸਾਰੇ ਲੋਕ ਨੰਗੇ ਹੋ ਜਾਣਗੇ ਕਿ ਉਹ ਚਲਾਨ ਜੋ ਅਸੀਂ ਅਦਾਲਤ ਦੇ ਵਿੱਚ ਫਰੀਦਕੋਟ ਦੇ ਵਿੱਚ ਫਾਈਲ ਕੀਤੀ ਸੀ, ਉਹ ਇਸ ਰਿਟ ਦੇ ਨਾਲ ਨੱਥੀ ਕਿਸ ਤਰੀਕੇ ਦੇ ਨਾਲ ਹੋ ਗਿਆ, ਉਸ ਦੀ ਕਾਪੀ ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚ ਗਈ। ਇਹ ਵੀ ਇੱਕ ਬਹੁਤ ਵੱਡੇ ਪੱਧਰ ਦੇ ਜਾਂਚ ਦਾ ਵਿਸ਼ਾ ਹੈ ਤੇ ਕਿਸੇ ਨਾ ਕਿਸੇ ਦਿਨ ਇਹ ਜਾਂਚ ਹੋਣਾ ਹੀ ਹੋਣਾ ਹੈ। ਇਹ ਨਾ ਸਮਝੋ ਕਿ ਇਹ ਸਾਰਾ ਖਤਮ ਹੋ ਗਿਆ, ਇਸ ਦੀ ਵੀ ਜਾਂਚ ਹੋਣੀ ਹੈ ਕਿ ਜੋ ਰਿਪੋਰਟ ਅਸੀਂ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤੀ ਸੀ, ਉਸ ਦੀ ਕਾਪੀ ਇਹਨਾਂ ਮੁਜਰਿਮਾਂ ਦੇ ਕੋਲ ਕਿਸ ਤਰੀਕੇ ਦੇ ਨਾਲ ਆਈ ਤੇ ਇਸ ਜੋ ਰਿਟ ਹੈ ਇਸ ਰਿਟ ਦੇ ਨਾਲ ਉਨੱਤੀ ਕਿਸ ਤਰੀਕੇ ਦੇ ਨਾਲ ਹੋ ਗਈ। ਕਿਉਂਕਿ ਅਸੀਂ ਇੱਕ ਪ੍ਰੋਟੈਸਟ ਪਟੀਸ਼ਨ ਵੀ ਫਾਈਲ ਕੀਤਾ ਸੀ ਫਰੀਦਕੋਟ ਦੀ ਮਾਨਯੋਗ ਅਦਾਲਤ ਦੇ ਵਿੱਚ ਕਿ ਰਿਪੋਰਟ ਤਾਂ ਅਸੀਂ ਫਾਈਲ ਕੀਤੀ ਜ਼ਿਲ੍ਹਾ ਅਦਾਲਤ ਦੇ ਵਿੱਚ ਤੇ ਇਹਦੀ ਕਾਪੀ ਕੈਮ ਸਕੈਨ ਹੋ ਕੇ ਕਿਸ ਤਰ੍ਹਾਂ ਪਹੁੰਚ ਗਈ। ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ, ਠੀਕ ਹੈ। ਮਿਲੀ ਭੁਗਤ ਲੱਗਦੀ ਉਹਦੇ ਵਿੱਚ। ਦੇਖੋ ਮੈਂ ਮਿਲੀ ਭੁਗਤ ਨਹੀਂ, ਜਾਂਚ ਮੈਂ ਕਰ ਸਕਦਾ ਹਾਂ ਕਿ ਇਹ ਵੀ ਕਿਸੇ ਨਾ ਕਿਸੇ ਦਿਨ ਜਾਂਚ ਹੋਣਾ ਹੀ ਹੋਣਾ ਹੈ ਤੇ ਉਸੇ ਆਧਾਰ ਤੇ ਆਰਡਰ ਹੋ ਰਿਹਾ ਹੈ, ਠੀਕ ਹੈ ਕਿ ਨਹੀਂ। ਮੈਂ ਨਾ ਆਰਡਰ ਦੇ ਬਾਰੇ ਕੁਝ ਬੋਲਣਾ ਚਾਹੁੰਦਾ ਹਾਂ, ਕੋਈ ਚੀਜ਼ ਨਹੀਂ। ਲੇਕਿਨ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਰਿਪੋਰਟ ਪੇਸ਼ ਕਿਸੇ ਥਾਂ ਤੇ ਹੋ ਰਹੀ ਹੈ ਤੇ ਉਹਦੀ ਕਾਪੀ ਕੈਮ ਸਕੈਨ ਹੋ ਕੇ ਰੀਟ ਦੇ ਨਾਲ ਲੱਗ ਰਹੀ ਹੈ। ਇਹ ਤਾਂ ਮੈਂ ਮਤਲਬ ਨਹੀਂ ਸਮਝਦਾ ਹਾਂ ਕਿ ਇਹ ਉਚਿਤ ਤਰੀਕਾ ਹੈ। ਲੇਕਿਨ ਇਸ ਦੀ ਵੀ ਜਾਂਚ ਹੋਗੀ, ਕਿਸੇ ਨਾ ਕਿਸੇ ਟਾਈਮ ਤੋਂ ਹੋਗੀ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਗੀ। ਬਹੁਤ ਸਾਰੇ ਲੋਕ ਨੰਗੇ ਹੋਣਗੇ, ਤੁਸੀਂ ਦੇਖ ਲੈਣਾ। ਜਿਵੇਂ ਤੁਸੀਂ ਗੱਲ ਕੀਤੀ ਇੱਕ IPS ਲੈਵਲ ਆਫਿਸਰ ਹੋਵੇ, IG ਲੈਵਲ ਦਾ ਆਫਿਸਰ ਔਰ ਤਸ਼ੱਦਦ ਦੀ ਗੱਲ ਕਰ ਰਿਹਾ ਹੋਵੇ, ਤਸ਼ੱਦਦ ਕਿਸ ਤਰੀਕੇ ਦੀ ਸੀਗੀ? ਦੇਖੋ ਅਸੀਂ ਜਿਸ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ ਨਾ ਜੀ, ਇਹ ਡੈਮੋਕ੍ਰੇਸੀ
ਤੇ ਸਾਡਾ ਜੋ ਕਨਸਟੀਟਿਊਸ਼ਨ ਹੈ, ਇਹ ਦੋ ਤਰੀਕੇ ਦੇ ਨਾਲ ਇਹਦਾ ਮਤਲਬ ਪਰਿਚਾਲਨ ਹੁੰਦਾ ਹੈ। ਇਸ ਚੀਜ਼ ਨੂੰ ਦੋ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਹੈ। ਜੋ ਵੱਡੇ ਲੋਕ ਹੁੰਦੇ ਨੇ ਸੁਸਾਇਟੀ ਦੇ ਵਿੱਚ, ਸੰਵਿਧਾਨ ਕੀ ਕਹਿੰਦਾ ਹੈ ਕਿ ਸਾਰੇ ਨਾਗਰਿਕ ਬਰਾਬਰ ਹੁੰਦੇ ਨੇ, ਠੀਕ ਹੈ, ਲੇਕਿਨ ਨਹੀਂ, ਅਮੀਰ ਗਰੀਬ ਇਨਫਲੂਐਂਸ਼ੀਅਲ ਕਮਜ਼ੋਰ ਇਹ ਸਾਰਿਆਂ ਵਾਸਤੇ ਜੀ ਇਸ ਦਾ ਇੰਪਲੀਮੈਂਟੇਸ਼ਨ ਵੱਖਰੇ ਤਰੀਕੇ ਦੇ ਨਾਲ ਚੱਲਦਾ ਹੈ। ਤਾਂ ਜੋ ਲੋਕ ਤਾਕਤਵਰ ਹੁੰਦੇ ਨੇ, ਮੰਨ ਲਓ ਕੋਈ ਦੋਸ਼ੀ ਹੈ, ਜੇਲ੍ਹਾਂ ਦੀ ਹਾਲਤ ਦੇਖ ਲਓ, ਜੋ ਅਸਲ ਕ੍ਰਾਈਮ ਕਰਦੇ ਨੇ ਉਹ ਜੇਲ੍ਹਾਂ ਦੇ ਵਿੱਚ ਨਹੀਂ ਜਾਂਦੇ। ਤੁਸੀਂ ਦੇਖੋਗੇ 5 ਬੋਤਲ 10 ਬੋਤਲ ਸ਼ਰਾਬ ਦੇ ਕੇਸ ਦੇ ਵਿੱਚ ਕੋਈ ਆ ਗਿਆ 6 ਮਹੀਨਾ 8 ਮਹੀਨਾ 1 ਸਾਲ ਤੱਕ ਉਹ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ। ਇਸ ਕੇਸ ਦੇ ਵਿੱਚ ਵੀ ਸਾਨੂੰ ਲੋਕੀ ਇਹ ਉਮੀਦ ਕਰਦੇ ਸੀਗੇ, ਬਹੁਤ ਸਾਰੇ ਲੋਕ, ਕਿ 2-4 ਸਿਪਾਹੀਆਂ ਨੂੰ ਤੁਸੀਂ ਫੜ ਲਓ, ਫੜ ਕੇ ਉਹਨਾਂ ਨੂੰ ਅੰਦਰ ਕਰ ਦਿਓ। ਲੇਕਿਨ ਤੁਸੀਂ ਜਾਲਿਆਂਵਾਲਾ ਬਾਗ ਨੂੰ ਯਾਦ ਕਰੋ, ਠੀਕ ਹੈ, ਜਾਲਿਆਂਵਾਲਾ ਬਾਗ ਦਾ ਜਿਹੜਾ ਕਾਂਡ ਹੋਇਆ ਸੀ, ਅਸੀਂ ਕਿਹਨੂੰ ਜਾਣਦੇ ਹਾਂ? ਉਹਨਾਂ ਸਿਪਾਹੀਆਂ ਨੂੰ ਤਾਂ ਨਹੀਂ ਜਾਣਦੇ ਜਿਨ੍ਹਾਂ ਨੇ ਗੋਲੀ ਚਲਾਈ ਸੀ। ਅਸੀਂ ਜਾਣਦੇ ਹਾਂ ਜਨਰਲ ਡਾਇਰ ਨੂੰ, ਜੋ ਉੱਥੇ ਖੜ ਕੇ ਜਿਸ ਨੇ ਗੋਲੀ ਚਲਵਾਈ। ਤੇ ਮਾਈਕਲ ਓਡਾਇਰ ਵੀ ਸੀਗਾ, ਉਦੋਂ ਦਾ ਲੈਫਟੀਨੈਂਟ ਗਵਰਨਰ ਹੁੰਦਾ ਸੀ, ਜੋ ਲਾਹੌਰ ਦੇ ਵਿੱਚ ਹੁੰਦਾ ਸੀ, ਠੀਕ ਹੈ। ਤਾਂ ਅਸੀਂ ਮਾਈਕਲ ਓਡਾਇਰ ਨੂੰ ਜਾਣਦੇ ਹਾਂ ਤੇ ਜਨਰਲ ਡਾਇਰ ਨੂੰ ਜਾਣਦੇ ਹਾਂ। ਸਾਡੀ ਇਹ ਕੋਸ਼ਿਸ਼ ਸੀ ਤਫਤੀਸ਼ ਦੇ ਵਿੱਚ ਕਿ ਠੀਕ ਹੈ, ਜੇਕਰ ਕੋਈ ਸਿਪਾਹੀ, ਹੌਲਦਾਰ, ਥਾਣੇਦਾਰ ਉੱਥੇ ਆਇਆ, ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਆਇਆ, ਉਹਨੂੰ ਜਨਰਲ ਡਾਇਰ ਨੇ ਬੁਲਾਇਆ ਤੇ ਮਾਈਕਲ ਓਡਾਇਰ ਦੇ ਕਹਿਣ 'ਤੇ ਬੁਲਾਇਆ। ਤਾਂ ਅਸੀਂ ਵਿਸ਼ੇਸ਼ ਕਰਕੇ ਜੋ ਮੇਰੀ ਇਨਵੈਸਟੀਗੇਸ਼ਨ ਰਹੀ ਕਿ ਜਨਰਲ ਡਾਇਰ ਦੀ ਪਹਿਚਾਣ ਹੋਣੀ ਚਾਹੀਦੀ ਹੈ ਤੇ ਮਾਈਕਲ ਓਡਾਇਰ ਦੀ ਵੀ ਪਹਿਚਾਣ ਹੋਣੀ ਚਾਹੀਦੀ ਹੈ। ਤੇ ਇਹੀ ਸਭ ਤੋਂ ਜ਼ਿਆਦਾ ਕੰਟਰੋਵਰਸ਼ੀਅਲ ਹੋ ਗਿਆ ਇਹਦੇ ਵਿੱਚ ਕਿ ਅਸੀਂ ਸਿਪਾਹੀਆਂ ਨੂੰ ਜੇਕਰ ਫੜ ਕੇ ਅੰਦਰ ਦੇ ਦਿੰਦੇ ਫਿਰ ਤਾਂ ਕੋਈ ਰੌਲਾ ਰੱਪਾ ਨਹੀਂ ਹੋਣਾ ਸੀ। ਤੇ ਅਸੀਂ ਜਨਰਲ ਡਾਇਰ ਦੀ ਵੀ ਪਹਿਚਾਣ ਕੀਤੀ, ਰਿਪੋਰਟ ਉਹਨਾਂ ਦੇ ਖਿਲਾਫ ਬਣਾਈ। ਜੋ ਮਾਈਕਲ ਓਡਾਇਰ ਸੀਗੇ, ਠੀਕ ਹੈ, ਉਹਨਾਂ ਦੀ ਵੀ ਪਹਿਚਾਣ ਕੀਤੀ, ਰਿਪੋਰਟ ਉਹਨਾਂ ਦੇ ਖਿਲਾਫ ਵੀ ਬਣੀ ਉਹਦੇ ਵਿੱਚ। ਇਹੀ ਮਤਲਬ ਇਹ ਕਹਿ ਲਓ ਕਿ ਇਹ ਕੋਤਾਹੀ ਹੈ ਸਾਡੀ ਕਿ ਅਸੀਂ ਜਨਰਲ ਡਾਇਰ ਦੀ ਪਹਿਚਾਣ ਕਰ ਲਈ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ, ਮਾਈਕਲ ਓਡਾਇਰ ਦੀ ਪਹਿਚਾਣ ਕਰ ਲਈ। ਤੁਹਾਡੀ ਜਿਹੜੀ ਰਿਪੋਰਟ ਹੈ ਉਹ ਲਗਭਗ ਮੈਨੂੰ ਲੱਗਦਾ 1400 ਤੋਂ ਵੱਧ ਸਫ਼ਿਆਂ ਦੀ ਜਿਹੜਾ ਉਹ ਚਲਾਨ ਹੈ, ਉਹਦੇ ਵਿੱਚ 41 ਨੰਬਰ ਤੋਂ ਲੈ ਕੇ 48 ਨੰਬਰ ਪੇਜ ਦੇ ਵਿੱਚ ਵੱਡੇ ਲੋਕਾਂ ਦੇ ਨਾਮ ਵੀ ਦਰਜ ਨੇ, ਸਬੂਤ ਵੀ ਤੁਸੀਂ ਉਹਨਾਂ ਦੇ ਨਾਲ ਤੁਹਾਡੀ ਜਾਂਚ ਦੇ ਮੁਤਾਬਕ ਤੁਸੀਂ ਦਿੱਤੇ ਨੇ। ਲੱਗਦਾ ਹੈ ਵੀ ਉਹ ਕਿਤੇ ਨਾ ਕਿਤੇ ਇੱਕ ਸਿਆਸੀ ਰੰਗਤ 'ਤੇ ਪੂਰਾ ਮਾਮਲਾ ਲੈ ਗਿਆ, ਇਲਜ਼ਾਮ ਤਾਂ ਤੁਹਾਡੇ ਤੱਕ ਇੱਥੋਂ ਤੱਕ ਲਾ ਦਿੱਤੇ ਵੀ ਇੱਕ ਬਾਇਸਡ ਜਿਹੜੀ ਹੈ ਉਹ ਤੁਸੀਂ ਜਾਂਚ ਕੀਤੀ ਹੈ। ਔਰ ਪੁਲਿਸ ਜੀ ਇਹ ਗੱਲ ਸੁਣੋ, ਕੋਈ ਸਿਆਸੀ ਬੰਦਾ ਹੈ ਤਾਂ ਉਹਦੇ ਕੋਲ ਲਾਇਸੈਂਸ ਹੈ ਕਿ ਉਹ ਕ੍ਰਾਈਮ ਕਰਦਾ ਜਾਏਗਾ, ਤੇ ਕ੍ਰਾਈਮ ਕਰੇਗਾ ਤਾਂ ਉਹ ਕਹਿ ਦੇਗਾ ਕਿ ਨਹੀਂ ਜੀ ਇਹ ਸਿਆਸੀ ਰੰਜਿਸ਼ ਦੇ ਨਾਲ ਤਫਤੀਸ਼ ਹੋ ਰਹੀ ਹੈ। ਕਿਸੇ ਦੇ ਕੋਲ ਲਾਇਸੈਂਸ ਨਹੀਂ ਹੈ। ਮੈਂ ਨੌਕਰੀ ਛੱਡੀ ਇਸੇ ਕਰਕੇ ਛੱਡੀ। ਕੋਈ ਸਿਆਸੀ ਬੰਦਾ ਹੈ, ਠੀਕ ਹੈ ਨਾ, ਤਾਂ ਉਹਦੇ ਕੋਲ ਲਾਇਸੈਂਸ ਨਹੀਂ ਹੈ ਕੋਈ, ਠੀਕ ਹੈ, ਜੇਕਰ ਕ੍ਰਾਈਮ ਉਹਨੇ ਕੀਤੀ ਹੋਈ ਹੈ ਨਾ, ਤਾਂ ਉਹ ਨਹੀਂ ਕਹਿ ਦੇਗਾ ਕਿ ਹਾਂ ਜੀ ਇਹ ਤਾਂ ਮਤਲਬ ਸਿਆਸੀ ਰੰਜਿਸ਼ ਦੇ ਨਾਲ ਕੀਤਾ ਜਾ ਰਿਹਾ ਹੈ। ਇੱਕ ਕਮਰਾ ਤੁਸੀਂ ਦੇਖੋਗੇ ਨਾ ਫਰੀਦਕੋਟ ਦੀ ਮਾਨਯੋਗ ਅਦਾਲਤ ਦੇ ਵਿੱਚ, ਇੱਕ ਕਮਰਾ ਮਤਲਬ ਤੁਸੀਂ ਦੇਖੋਗੇ ਕਿ ਸਾਰਾ ਰਿਕਾਰਡ ਉੱਥੇ ਪਿਆ ਹੋਇਆ ਹੈ। ਤਫਤੀਸ਼ ਹੋਈ ਹੈ ਨਾ, ਇਨਵੈਸਟੀਗੇਸ਼ਨ ਹੋਇਆ ਹੈ, ਗਵਾਹਾਂ ਦੇ ਬਿਆਨ ਹੋਏ ਨੇ, ਉਹਨਾਂ ਬਿਆਨਾਂ ਦੇ ਨਾਲ ਹੋਰ ਵੀ ਡਾਕੂਮੈਂਟ ਸਾਰੇ ਲੱਗੇ ਨੇ। ਤੇ ਅੱਜ ਤੁਸੀਂ ਟਰਾਇਲ ਕਰਵਾ ਲਓ, ਟਰਾਇਲ ਕੋਰਟ ਦੇ ਵਿੱਚ ਟਰਾਇਲ ਕਰਾ ਲਓ, ਫਿਰ ਨਜ਼ਾਰਾ ਦੇਖ ਲਓ ਕੀ ਹੁੰਦਾ ਹੈ। ਤੇ ਟਰਾਇਲ ਤੋਂ ਬਚਾਅ ਵਾਸਤੇ ਮਤਲਬ ਜੋ ਕੁਝ ਵੀ ਹੋਇਆ ਹੈ ਸਾਰਾ ਹੋਇਆ ਹੈ। ਮੈਂ ਉਸ ਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹਾਂ। ਜੇਕਰ ਟਰਾਇਲ ਹੁੰਦਾ, ਟਰਾਇਲ ਦੇ ਵਿੱਚ ਕੋਈ ਬਰੀ ਹੋ ਜਾਂਦਾ, ਫਿਰ ਮੈਂ ਕਹਿੰਦਾ ਕਿ ਹਾਂ ਮੇਰੀ ਤਫਤੀਸ਼ ਦੇ ਵਿੱਚ ਕੋਈ ਕਮੀ ਹੈ। ਲੇਕਿਨ ਕੇਸ ਦਾ ਟਰਾਇਲ ਨਹੀਂ ਹੋਇਆ ਹੈ। ਟਰਾਇਲ ਸਾਲ 2 ਸਾਲ 3 ਸਾਲ 4 ਸਾਲ ਲੱਗ ਸਕਦਾ ਹੈ, 5 ਸਾਲ ਵੀ ਲੱਗ ਸਕਦਾ ਹੈ। ਲੇਕਿਨ ਟਰਾਇਲ ਤੋਂ ਬਾਅਦ ਗਵਾਹਾਂ ਦਾ ਇੱਕ ਵਾਰ ਬਿਆਨ ਅਦਾਲਤ ਦੇ ਵਿੱਚ ਕਰਵਾ ਲਓ, ਉਹ ਸਾਡੇ ਸਬੂਤ ਜੋ ਉੱਥੇ ਪੇਸ਼ ਕੀਤੇ ਗਏ ਨੇ ਉਹ ਪੇਸ਼ ਕਰਾ ਲਓ, ਉੱਥੇ ਦੇਖ ਲਓ, ਫਿਰ ਇਸ ਦਾ ਨਜ਼ਾਰਾ ਤੁਹਾਨੂੰ ਕੁਝ ਹੋਰ ਮਿਲਦਾ। ਤੁਸੀਂ ਗਵਾਹਾਂ ਦੀ ਗੱਲ ਕੀਤੀ ਹੈ, ਤੁਹਾਡੇ 'ਤੇ ਵੀ ਇਲਜ਼ਾਮ ਲੱਗੇ ਵੀ ਤੁਸੀਂ ਪੁਲਿਸ ਜਿਹੜੇ ਮੁਲਾਜ਼ਮ ਸੀਗੇ ਜਾਂ ਉੱਥੇ ਜਿੰਨੇ ਵੀ ਅਧਿਕਾਰੀ ਕਹਿ ਲਈਏ ਮੁਲਾਜ਼ਮ ਤੋਂ ਉੱਪਰ ਲੈਵਲ ਦੇ, ਉਹਨਾਂ ਦੇ ਗਵਾਹ ਜਿਹੜੇ ਨੇ ਉਹਨਾਂ ਦੇ ਬਿਆਨ ਤੱਕ ਨਹੀਂ ਤੁਸੀਂ ਲਏ। ਦੇਖੋ, ਇਲਜ਼ਾਮ ਤੁਸੀਂ ਜੋ ਮਰਜ਼ੀ ਲਗਾ ਲਓ, ਕਈ ਲੋਕਾਂ ਦੇ ਕੋਲ, ਦੋਸ਼ੀਆਂ ਦੇ ਕੋਲ ਮੀਡੀਆ ਹੈ, ਠੀਕ ਹੈ ਕਿ ਨਹੀਂ, ਤੇ ਕਈ ਸਾਰੇ ਮੀਡੀਆ ਉਹ ਕੰਟਰੋਲ ਕਰਦੇ ਨੇ, ਠੀਕ ਹੈ। ਇਲਜ਼ਾਮ ਤੁਸੀਂ ਜੋ ਮਰਜ਼ੀ ਲਗਾ ਸਕਦੇ ਹੋ, ਲੇਕਿਨ ਫਾਈਲ ਦੇਖੋ ਨਾ, ਤੁਸੀਂ ਫਾਈਲ ਦੇਖੋ, ਹਰੇਕ ਪੁਲਿਸ ਵਾਲੇ ਦਾ ਜੋ ਇੰਜਰਡ ਹੋਏ ਸੀਗੇ ਉਹਨਾਂ ਨੂੰ ਲੱਭ ਕੇ ਉਹਨਾਂ ਦਾ ਬਿਆਨ ਕੀਤਾ ਗਿਆ ਸਾਰਿਆਂ ਨੂੰ ਕਿ ਤੁਸੀਂ ਆਓ ਜੀ ਆਪਣਾ ਬਿਆਨ ਲਿਖਾਓ। ਕੋਈ ਵੀ ਇੱਕ ਐਸਾ ਪੁਲਿਸ ਦਾ ਮੁਲਾਜ਼ਮ ਨਹੀਂ ਹੈ ਜਿਸ ਦਾ ਬਿਆਨ ਨਹੀਂ ਲਿਖਿਆ ਗਿਆ ਹੈ। ਲੇਕਿਨ ਤੁਸੀਂ ਦੇਖੋ, ਇੱਕ ਜਿਪਸੀ 'ਤੇ ਵੀ ਫਾਇਰ ਮਾਰਿਆ ਗਿਆ ਸੀ ਨਾ, ਇਹ ਕਿਹਾ ਗਿਆ ਸੀ ਕਿ ਇਸ ਜਿਪਸੀ 'ਤੇ ਜੋ ਪ੍ਰੋਟੈਸਟਰ ਸੀਗੇ ਉਹਨਾਂ ਨੇ ਫਾਇਰ ਮਾਰੀ ਸੀ 12 ਬੋਰ ਦੇ ਗਨ ਦੇ ਨਾਲ। ਅਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਸਾਡਾ ਇਹ ਕਸੂਰ ਹੋ ਗਿਆ ਕਿ ਅਸੀਂ ਇਹ ਲੱਭ ਲਿਆ ਕਿ ਇਹ ਤਾਂ ਇਹਨਾਂ ਨੇ ਆਪ ਉਹਦੇ ਉੱਤੇ ਫਾਇਰ ਮਾਰੀ ਸੀ, ਫਲਾਣੇ ਦਾ ਗਨ ਆਇਆ ਸੀ, ਫਲਾਣੇ ਦੇ ਫਾਰਮ ਹਾਊਸ ਦੇ ਵਿੱਚ ਲੈ ਗਏ ਸੀਗੇ ਤੇ ਫਲਾਣੇ ਅਫਸਰਾਂ ਨੇ ਇਹ ਫਾਇਰ ਮਾਰ ਕੇ ਇਹ ਇੱਕ ਮਤਲਬ ਡਿਫੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਹਦੇ ਵਿੱਚ ਇਹ ਜ਼ਰੂਰ ਹੈ ਕਿ ਬਿਆਨ ਤਾਂ ਸਾਰਿਆਂ ਦਾ ਹੋ ਗਿਆ ਹੈ,
ਕੋਈ ਉਹਦੇ ਵਿੱਚ ਕਮੀ ਨਹੀਂ ਹੈ। ਲੇਕਿਨ ਜੇਕਰ ਇਸ ਤਰ੍ਹਾਂ ਦੀ ਗੱਲ ਤੁਸੀਂ FIR ਦੇਖ ਲਓ, ਬਾਬਲ ਕਲਾ ਦੇ ਵਿੱਚ ਜੋ ਫਾਇਰਿੰਗ ਹੋਈ ਸੀ ਉਹ ਵੀ FIR ਦੇਖ ਲਓ, ਤੇ ਇਧਰ ਕੋਟਕਪੂਰਾ ਵਾਲਾ ਦੇਖ ਲਓ। ਪੁਲਿਸ ਵਾਲਿਆਂ ਦਾ ਹੈ ਨਾ, ਇੱਕ ਪੁਲਿਸ ਵਾਲਾ ਸਾਨੂੰ ਇਹ ਵੀ ਲੱਭ ਗਿਆ ਕਿ ਉਸ FIR ਦੇ ਵਿੱਚ ਮਤਲਬ ਦੋਵੇਂ FIR ਦੇ ਵਿੱਚ ਇੱਕ ਬੰਦੇ ਦਾ ਨਾਂ ਹੈ। ਮੰਨ ਲਓ ਕੋਟਕਪੂਰਾ ਦੇ ਵਿੱਚ ਜੋ ਇੰਜਰਡ ਹੋ ਗਿਆ ਉਹ ਹਸਪੀਟਲ ਚਲਾ ਗਿਆ, तो वो फिर बहबल कला किस तरह इंजर्ड हो रहा है। एक आदमी 2 बार किस तरह इंजर्ड होगा, जेकर सीरीयस इंजरी हो गई तो बंदा हॉस्पिटल चला गया। तो इस बहुत सारिया खामियां सीगियां जी। तो ਉਹਦੇ ਵਿੱਚ जो इंजरी हुई है ਉਸ ਦੀ ਤਫਤੀਸ਼ ਵਾਸਤੇ ਇੱਕ ਵੱਖਰੀ ਟੀਮ ਵੀ ਲਗਾ ਦਿੱਤੀ ਗਈ ਸੀ ਮੇਰੇ ਵੱਲੋਂ ਕਿ ਤੁਸੀਂ ਇਹ ਵੀ ਉਹ ਕਰੋ ਕਿ ਕੌਣ ਐਕਚੁਅਲ ਇੰਜਰਡ ਕੌਣ ਹੋਏ ਸੀਗੇ, ਠੀਕ ਹੈ, ਤੇ ਕੀ ਉਹਨਾਂ ਦੀ ਇੰਜਰੀ ਸਹੀ ਹੈ ਕਿ ਨਹੀਂ ਹੈ। ਜੋ ਹੈ ਇਹ ਡਿਊਟੀ ਮੈਂ SSP ਫਰੀਦਕੋਟ ਦੀ ਲਿਖਤੀ ਤੌਰ ਤੇ ਸ਼ੁਰੂਆਤ ਤੋਂ ਹੀ ਲਗਾਈ ਸੀ। ਤੇ ਪਹਿਲਾਂ ਸਾਡੇ ਨਾਲ ਹੁੰਦੇ ਸੀ ਇੱਕ ਸਾਡੀ ਟੀਮ ਦੇ ਮੈਂਬਰ ਭੁਪਿੰਦਰ ਸਿੰਘ ਜੀ, ਉਹਨਾਂ ਦੀ ਡਿਊਟੀ ਸੀਗੀ, ਉਹਨਾਂ ਨੇ ਸਾਰਿਆਂ ਦਾ ਬਿਆਨ ਲਿਆ ਸੀ। ਮੈਂ ਆਪ ਵੀ ਕਈਆਂ ਦਾ ਬਿਆਨ ਲਿਆ। ਸਾਡੀ ਟੀਮ ਦੇ ਹੋਰ ਮੈਂਬਰ ਸੀਗੇ, ਉਹਨਾਂ ਨੇ ਵੀ ਕਈ ਵਿਅਕਤੀਆਂ ਦਾ ਬਿਆਨ ਲਿਆ ਜੋ ਪੁਲਿਸ ਵਾਲੇ ਇੰਜਰਡ ਹੋਏ ਸੀਗੇ। ਤੇ ਲੇਕਿਨ ਇਹ ਫਾਈਨਲੀ ਅਸੀਂ SSP ਫਰੀਦਕੋਟ ਦੀ ਡਿਊਟੀ ਲਗਾਈ ਸੀ ਕਿ ਤੁਸੀਂ ਬੋਨਾਫਾਈਡ ਦੇਖ ਲਓ ਕਿ ਕੌਣ ਪੁਲਿਸ ਵਾਲੇ ਐਕਚੁਅਲ ਉਹਨਾਂ ਨੂੰ ਇੰਜਰੀ ਹੋਈ ਹੈ ਤੇ ਕਿਸਨੇ ਉਹ ਇੰਜਰੀ ਮਤਲਬ ਦੋਸ਼ੀ ਕੌਣ ਹੈ। ਤਾਂ ਉਹਨਾਂ ਦੇ ਖਿਲਾਫ ਜੋ ਕੁਝ ਵੀ ਤੁਹਾਨੂੰ ਫਾਈਲ ਤੇ ਆਉਂਦਾ ਹੈ ਤੁਸੀਂ ਚਲਾਨ ਦੇ ਸਕਦੇ ਹੋ। ਇਹ ਸਾਡੇ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਸੀਗਾ ਕਿਉਂਕਿ ਅਸੀਂ ਜੋ SIT ਸੀਗੀ ਉਸ ਦੇ ਵਿੱਚ ਅਸੀਂ ਕਈ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਸੀ। ਮਤਲਬ ਸਾਡੇ ਨਾਲ ਬਹੁਤ ਸਾਰੇ ਅਫਸਰ ਸੀਗੇ ਤੇ ਖਾਸ ਕਰਕੇ ਜੋ ਲੋਕਲ SHO ਲੋਕਲ SSP ਵੀ ਸਾਡੀ ਟੀਮ ਦੇ ਹਿੱਸਾ ਸੀਗੇ। ਤੇ ਇਹ ਵੱਖਰੇ ਤੌਰ ਤੇ ਅਸੀਂ ਇੱਕ ਟੀਮ ਲਗਾਈ ਸੀ ਕਿ ਜੋ ਪੁਲਿਸ ਵਾਲੇ ਇੰਜਰਡ ਹੋਏ ਨੇ ਉਹਨਾਂ ਦਾ ਬੋਨਾਫਾਈਡ ਦੇਖ ਲਓ ਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਹਦਾ ਚਲਾਨ ਤੁਸੀਂ ਦੇ ਦਿਓ। ਚਲਾਨ ਦੇ ਉੱਤੇ ਸਿਗਨੇਚਰਸ ਨੂੰ ਲੈ ਕੇ ਵੀ ਤੁਹਾਡੇ ਨੂੰ ਬਹੁਤ ਰੌਲਾ ਪਿਆ, ਇਹਦੇ ਉੱਤੇ ਸਿਆਸੀ ਬਿਆਨ ਵੀ ਆਏ, ਬਹੁਤ ਸਾਰੀਆਂ ਜਿਹੜੀਆਂ ਇਲਜ਼ਾਮ ਤੁਹਾਡੇ 'ਤੇ ਲਗਾਏ ਗਏ ਵੀ ਕੁਮਰਜੀਤ ਪ੍ਰਤਾਪ ਸਿੰਘ ਜੀ ਦੇ ਇਕੱਲੇ ਸਿਗਨੇਚਰ ਨੇ ਉੱਤੇ, ਬਾਕੀ ਮੈਂਬਰ ਦੇ ਸਾਈਨ ਕਿਉਂ? ਇਹ ਦੇਖੋ ਮੈਂ ਇਹ ਕਹਾਂਗਾ ਨਾ ਕਿ ਇਸ ਮੁਲਕ ਦਾ ਕੋਈ ਨਾ ਕੋਈ ਕਾਨੂੰਨ ਹੈ, ਇਸ ਮੁਲਕ ਦਾ ਇੱਕ ਸੰਵਿਧਾਨ ਹੈ, ਠੀਕ ਹੈ। ਤੇ ਤੁਸੀਂ ਆਪੇ ਕਹਿ ਲਓ ਕੋਈ ਐਸਾ ਇੱਕ ਦਿਖਾ ਦਿਓ ਚਲਾਨ ਜਿਸ ਦੇ ਉੱਤੇ ਇੱਕ ਤੋਂ ਵੱਧ ਵਿਅਕਤੀ ਦਾ ਸਾਈਨ ਹੋਇਆ ਹੋਵੇ। एक भी चलान, मैं तो दावा करता हाँ आज़ादी तो पहला आज़ादी तो बाद, ठीक है कि नहीं, कोई ऐसा चलान दिखा दो जिस दे उत्ते एक तो ਵੱਧ ਵਿਅਕਤੀਆਂ ਦਾ ਸਾਈਨ ਹੋਵੇ। ਉਹ ਤਾਂ SHO ਦਾ ਵੀ ਸਾਈਨ ਹੋ ਸਕਦਾ ਹੈ, ਕਿਸੇ ਦਾ ਵੀ ਸਿਗਨੇਚਰ ਹੋ ਸਕਦਾ ਹੈ। ਤੁਸੀਂ ਜੋ ਉਸ ਦੇ ਵਿੱਚ ਜੋ ਚੀਜ਼ ਲਿਖੀ ਹੋਈ ਹੈ ਨਾ ਉਹ ਤੁਸੀਂ ਪੈਰਾਵਾਈਜ਼ ਮੇਰੇ ਨਾਲ ਜਦੋਂ ਮਰਜ਼ੀ ਤੁਸੀਂ ਬਹਿਸ ਕਰਨਾ ਹੈ ਕਰ ਲਓ। ਤੇ ਉਹਦੇ ਨਾਲ ਜੋ ਡਾਕੂਮੈਂਟਸ ਦਿੱਤੇ ਗਏ ਨੇ ਸਪੋਰਟਿੰਗ ਐਵੀਡੈਂਸ ਦਿੱਤਾ ਗਿਆ ਉਹਦੇ ਉੱਤੇ ਬਹਿਸ ਕਰੋ ਨਾ। ਮੇਰੇ ਨਾਲ ਜੇਕਰ ਬਹਿਸ ਕਰਨਾ ਹੈ ਨਾ ਤਾਂ ਉਹਦੇ ਉੱਤੇ ਕਰੋ। 2 दिन लगे, 4 दिन लगे, 10 दिन लगे। देखो मैं अपने ਵੱਲੋਂ भी ਇਹ ਮਤਲਬ एक गल कही है ਆਪਣੇ ਜਿਹੜੇ ਸੀਨੀਅਰ ਅਫਸਰ ਸਾਹਿਬਾਨ ਨੇ ਕਿ ਦੇਖੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ, ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਸੀ। ਜੋ ਚਲਾਨ ਅਸੀਂ ਅਦਾਲਤ ਦੇ ਵਿੱਚ ਫਾਈਲ ਕੀਤਾ ਮੰਨ ਲਓ ਰੱਦ ਹੋ ਗਿਆ, ਲੇਕਿਨ ਇੱਕ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ विधान सभा का, एक सत्र बुला के सैशन बुला के तुसी बहस करवा लो, भावें 2 दिन लगे, 4 दिन लगे, 10 दिन लगे, 15 दिन लगे, तुसी देख लो नज़ारा की हुंदा है। तो जेकर तुहानू लगता है कि ਉਹਦੇ ਵਿੱਚ सच्चाई है तो फिर ਉਹਦੇ ਉੱਤੇ कार्रवाई जरूर करो। लेकिन ਇਹ मैं अपने अफसर साहिबान ਨੂੰ ਇਹ ਗੱਲ ਜ਼ਰੂਰ ਕਹੀ ਹੈ ਕਿ ਤੁਸੀਂ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਹੋ ਸਕਦੀ ਹੈ ਵਿਧਾਨ ਸਭਾ ਦੇ ਵਿੱਚ ਤੇ ਇਸ ਪਰ ਵੀ ਕਰੋ। ਮੀਡੀਆ ਦੇ ਵਿੱਚ ਮੀਡੀਆ ਟ੍ਰਾਇਲ ਦਾ ਕੀ ਫਾਇਦਾ ਹੈ? ਤੁਸੀਂ ਮਤਲਬ ਜੋ ਜਨਤਾ ਦੇ ਨੁਮਾਇੰਦੇ ਜਿਹੜੇ ਨੇ, ਜੋ ਪਵਿੱਤਰ ਸਦਨ ਹੁੰਦਾ ਹੈ, ਬੇਸਿਕਲੀ ਉਹ ਜਨਤਾ ਦੀ ਆਵਾਜ਼ ਹੁੰਦੀ ਹੈ, ਉਹ ਸਦਨ ਜਨਤਾ ਦੀ ਹੁੰਦੀ ਹੈ, ਉੱਥੇ ਤੁਸੀਂ ਬਹਿਸ ਕਰੋ। ਭਾਵੇਂ 10 दिन लग जाए, 15 दिन लगे, ਮਹੀਨਾ ਵੀ ਲੱਗ ਸਕਦਾ ਹੈ, ਉੱਥੇ ਬਹਿਸ ਕਰੋ, ਉੱਥੇ VOTING ਕਰਾਓ, ਦੇਖੋ ਫਿਰ ਕੀ ਹੁੰਦਾ ਹੈ, ਠੀਕ ਹੈ। ਜਿਵੇਂ ਤੁਸੀਂ ਬਹੁਤ ਲੰਮਾ ਸਮਾਂ ਲਾਇਆ ਔਰ ਬਰੀਕੀ ਦੇ ਨਾਲ ਜਾਂਚ ਵੀ ਕੀਤੀ, ਤਾਂ ਮੈਨੂੰ ਲੱਗਦਾ ਸੁਭਾਵਿਕ ਤੌਰ ਦੇ ਉੱਤੇ ਤੁਸੀਂ ਦੱਸਦੇ ਹੋ ਤਸ਼ੱਦਦ ਸ਼ਬਦ ਦੀ ਵਰਤੋਂ ਕਰਦੇ ਹੋ। ਮੁਸ਼ਕਲਾਂ ਕਿੰਨੀਆਂ ਕਈਆਂ ਜਾਂਚ ਦੇ ਵਿੱਚ ਔਰ ਕਿਸ ਤਰੀਕੇ ਦੀਆਂ ਮੁਸ਼ਕਲਾਂ ਸੀਗੀਆਂ? ਦੇਖੋ ਮੁਸ਼ਕਿਲਾਂ ਤਾਂ ਤੁਸੀਂ ਕਹੋਗੇ ਜਦੋਂ ਤੋਂ ਅਸੀਂ ਇਨਵੈਸਟੀਗੇਸ਼ਨ ਸਟਾਰਟ ਕੀਤਾ ਸੀ ਨਾ ਉਦੋਂ ਤੋਂ ਕੋਸ਼ਿਸ਼ ਕੀਤੀ ਗਈ, ਕਿਉਂਕਿ ਸਾਰਿਆਂ ਨੂੰ ਪਤਾ ਸੀ ਤੇ ਮੇਰੇ ਸਕਿੱਲ ਦੇ ਬਾਰੇ ਵੀ ਪਤਾ ਸੀ। ਮੈਨੂੰ ਨਹੀਂ ਪਤਾ ਹੈ ਕਿ ਮੈਨੂੰ ਇਸ ਟੀਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੱਖਿਆ ਗਿਆ, ਲੇਕਿਨ ਮੈਂ ਸ਼ੁਰੂ ਤੋਂ ਹੀ ਜਦੋਂ ASP ਮੈਂ ਜੁਆਇਨ ਕੀਤਾ ਸੀ ਉਦੋਂ ਤੋਂ ਲੈ ਕੇ ਮੇਰਾ ਸਪੈਸ਼ਲਾਈਜੇਸ਼ਨ ਇਨਵੈਸਟੀਗੇਸ਼ਨ ਦਾ ਹੀ ਰਿਹਾ ਹੈ। ਤੇ ਮਾਨਯੋਗ ਹਾਈ ਕੋਰਟ ਵੱਲੋਂ ਵੀ ਦੇਖੋ ਬਹੁਤ ਸਾਰੇ ਐਸੇ ਕੇਸ, ਬਹੁਤ ਇੰਪੋਰਟੈਂਟ ਕੇਸ ਜੋ CBI ਤੋਂ ਵੀ ਲੈ ਕੇ ਕੇਸ ਮੈਨੂੰ ਦਿੱਤੇ ਗਏ ਨੇ। ਸਰਕਾਰ ਵੱਲੋਂ ਵੀ ਬਹੁਤ ਸਾਰੇ ਐਸੇ ਕੇਸ ਮੇਰੇ ਕੋਲ ਆਏ ਨੇ। ਤੁਸੀਂ ਕਿਸੇ ਵੀ ਕੇਸ ਦੇ ਵਿੱਚ ਦਿਖਾ ਦਿਓ, ਹਰੇਕ ਕੇਸ ਦੇ ਵਿੱਚ ਮੈਨੂੰ ਇੱਕ ਤਰੀਕੇ ਦੇ ਨਾਲ ਮੇਰੀ ਸਰਾਹਨਾ ਕੀਤੀ ਗਈ ਹੈ। ਤੇ ਇਸ ਕੇਸ ਨੂੰ ਵੀ ਤੁਸੀਂ ਟਰਾਇਲ ਕਰਾ ਲੈਂਦੇ ਨਾ, ਫਿਰ ਤੁਸੀਂ ਦੇਖੋ
ਮਤਲਬ ਉਹਦਾ ਕੁਝ ਹੋਰ ਹੀ। ਤੇ ਮੈਨੂੰ ਇਹ ਉਮੀਦ ਵੀ ਹੈ ਕਿ ਟਰਾਇਲ ਜੋ ਹੋਗਾ ਸਾਡੀ ਰਿਪੋਰਟ ਦੇ ਸਾਡੇ ਚਲਾਨ ਦੇ ਆਧਾਰ ਤੇ ਹੀ ਟਰਾਇਲ ਹੋਗਾ। आज ਹੋਵੇ ਕੱਲ ਹੋਵੇ ਜੋ ਵੀ ਡਿਲੇ ਭਾਵੇਂ ਜਿੰਨਾ ਮਰਜ਼ੀ ਹੋ ਜਾਏ, ਐਕਚੁਅਲ ਜੋ ਟਰਾਇਲ ਹੋਗਾ ਨਾ ਉਹ ਸਾਡੀ ਰਿਪੋर्ट ਸਾਡੇ ਚਲਾਨ ਦੇ ਆਧਾਰ ਤੇ ਹੀ ਹੋਗਾ। ਤਾਂ ਦੇਖ ਲੈਣਾ ਦੋਸ਼ੀਆਂ ਨੂੰ ਮਤਲਬ ਸਜ਼ਾ ਮਿਲੇਗੀ ਹੀ ਮਿਲੇਗੀ। ਜੋ ਸਾਡਾ ਇਨਵੈਸਟੀਗੇਸ਼ਨ ਹੈ, ਇਨਵੈਸਟੀਗੇਸ਼ਨ ਦਾ ਐਪਰੀਸੀਏਸ਼ਨ ਟਰਾਇਲ ਕੋਰਟ ਦੇ ਵਿੱਚ ਹੁੰਦਾ ਹੈ। ਤੇ ਇਨਵੈਸਟੀਗੇਸ਼ਨ ਦਾ ਤੁਸੀਂ ਐਵੀਡੈਂਸ ਦਾ ਐਪਰੀਸੀਏਸ਼ਨ ਦੇਖਣਾ ਹੈ ਤਾਂ ਇੱਕ ਵਾਰ ਟਰਾਇਲ ਕਰਾਓ ਜਾਂ ਵਿਧਾਨ ਸਭਾ ਦੇ ਵਿੱਚ ਬਹਿਸ ਕਰਾਓ। ਠੀਕ ਹੈ, ਬਹਿਸ ਤਾਂ ਕਰਾ ਸਕਦੇ ਹੋ ਨਾ। ਮੀਡੀਆ ਦੇ ਵਿੱਚ ਬਹਿਸ ਕਰਾਉਣ ਦਾ ਕੀ ਫਾਇਦਾ ਹੈ? ਚਾਰ ਵਿਅਕਤੀ ਬਹਿ ਜਾਂਦੇ ਨੇ, ਉਹ ਨਾ ਇਹ ਰਿਪੋਰਟ ਪੜ੍ਹਦੇ ਨੇ, ਨਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ। ਬਸ ਮੀਡੀਆ ਹੈ, ਆਧੇ ਘੰਟੇ ਦਾ ਟਾਈਮ ਹੈ, 2-2 ਮਿੰਟ ਬੋਲਣਾ ਹੁੰਦਾ ਹੈ, ਉੱਥੇ ਜੋ ਮਰਜ਼ੀ ਬੋਲ ਲਓ, ਉਹਦਾ ਕੀ ਫਾਇਦਾ ਹੈ? ਬਹਿਸ ਕਰਨੀ ਹੈ, ਆਰਗੂਮੈਂਟ ਕਰਨਾ ਹੈ, ਟਰਾਇਲ ਕੋਰਟ ਦੇ ਵਿੱਚ ਆਓ। ਆਰਗੂਮੈਂਟ ਕਰਨਾ ਹੈ, ਵਿਧਾਨ ਸਭਾ ਦੇ ਵਿੱਚ ਤੁਸੀਂ ਕਰੋ, ਦੇਖੋ ਕੀ ਹੁੰਦਾ ਹੈ। ਮੁਸ਼ਕਲਾਂ ਦੇ ਵਿੱਚ ਕਹਿੰਦੇ ਧਮਕੀਆਂ ਤੱਕ ਵੀ ਮਿਲੀਆਂ ਤੁਹਾਨੂੰ। ਇਹ ਛੱਡ ਦੋ ਹੁਣ, ਇਹ ਮਤਲਬ ਮੈਂ ਹੁਣ ਨੌਕਰੀ ਹੀ ਛੱਡ ਦਿੱਤੀ। ਹੁਣ ਤਾਂ ਮੁਸ਼ਕਿਲਾਂ ਤਾਂ ਤੁਸੀਂ ਛੱਡੋ, ਜੋ ਮੁਸ਼ਕਿਲਾਤ ਆਏ ਸੀਗੇ ਉਹ ਵੀ ਬਹੁਤ ਸੀਗੇ, ਮੁਸ਼ਕਿਲਾਤ ਹੋਰ ਵੀ ਆਉਣਗੇ। ਠੀਕ ਹੈ ਕਿ ਨਹੀਂ? ਉਹਦਾ ਸਾਹਮਣਾ ਕਰਨਾ ਹੁੰਦਾ ਹੈ ਜੀ। ਇਨਸਾਨ ਜਦੋਂ ਜਨਮ ਲੈਂਦਾ ਹੈ ਨਾ, ਉਦੋਂ ਤੋਂ ਲੈ ਕੇ ਜਦੋਂ ਤੱਕ ਮ੍ਰਿਤੂ ਮਤਲਬ ਨਹੀਂ ਹੁੰਦੀ, ਉਹ ਮੁਸ਼ਕਿਲਾਤ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਜੀਵਨ ਇੱਕ ਸੰਘਰਸ਼ ਹੁੰਦਾ ਹੈ। ਤੇ ਇਹ ਜੋ ਪੁਲਿਸ ਦੀ ਜੋ ਨੌਕਰੀ ਹੁੰਦੀ ਹੈ ਨਾ, ਇਹ ਆਪਣੇ ਆਪ ਦੇ ਵਿੱਚ ਇੱਕ ਸਟਰਗਲ ਹੁੰਦਾ ਹੈ। ਕਿਉਂਕਿ ਗਰੀਬ ਨੂੰ ਜੇਕਰ ਇਨਸਾਫ ਦਿਲਾਣਾ ਹੈ ਨਾ, ਤਾਂ ਉਹਦੇ ਵਾਸਤੇ ਤੁਹਾਨੂੰ ਐਕਸਟਰਾ ਸਟਰਗਲ ਕਰਨਾ ਪੈਂਦਾ ਹੈ। ਮੀਡੀਆ ਦੇ ਵਿੱਚ ਇੱਕ ਪ੍ਰਚਾਰ ਕੀਤਾ ਜਾਂਦਾ ਤੁਹਾਨੂੰ ਲੈ ਕੇ ਵੀ ਤੁਸੀਂ ਮੀਡੀਆ ਦੇ ਨਾਲ ਬਹੁਤ ਛੇਤੀ ਗੱਲ ਸ਼ੇਅਰ ਕਰਦੇ ਸੀਗੇ ਇਸ ਪੂਰੀ ਇਨਵੈਸਟੀਗੇਸ਼ਨ ਨੂੰ ਲੈ ਕੇ। ਨਹੀਂ, ਮੀਡੀਆ ਦੇ ਨਾਲ ਤਾਂ ਅਸੀਂ ਕੋਈ ਗੱਲ ਸ਼ੇਅਰ ਨਹੀਂ ਕੀਤੀ ਇਨਵੈਸਟੀਗੇਸ਼ਨ ਦੀ। ਬੋਲਣ ਵਾਸਤੇ ਤੁਸੀਂ ਕੁਝ ਵੀ ਬੋਲ ਸਕਦੇ ਹੋ, ਇਲਜ਼ਾਮ ਲਗਾਉਣ ਵਾਸਤੇ ਇਲਜ਼ਾਮ ਤੁਸੀਂ ਇੱਕ ਦਿਖਾ ਦਿਓ ਨਾ, ਕੋਈ ਵੀ ਮੇਰਾ ਕੋਈ ਬਾਈਟ ਦਿਖਾ ਦਿਓ ਜਾਂ ਕੋਈ ਮੀਡੀਆ ਦੇ ਵਿੱਚ ਰਿਪੋਰਟ ਦਿਖਾ ਦਿਓ। ਕੋਈ ਵੀ ਟ੍ਰਿਬਿਊਨ ਹੈ, ਅਜੀਤ ਅਖਬਾਰ ਹੈ, ਜਗਬਾਣੀ ਅਖਬਾਰ ਹੈ ਜਾਂ ਕੋਈ ਵੀ ਦੈਨਿਕ ਜਾਗਰਣ ਹੈ, ਭਾਸਕਰ ਹੈ, ਕਿਸੇ ਵੀ ਅਖਬਾਰ ਦੇ ਵਿੱਚ ਮੇਰਾ ਕੋਈ ਬਿਆਨ ਦਿਖਾ ਦਿਓ 2 ਸਾਲ ਦਾ। ਠੀਕ ਹੈ, ਜਾਂ ਤੁਸੀਂ YouTube ਤੇ ਕੋਈ ਇਸ ਤਰ੍ਹਾਂ ਦਾ ਦਿਖਾ ਦਿਓ, ਤਾਂ ਹੀ ਮੈਂ ਦੇਖੇ ਨਾ, ਤਾਂ ਮੈਂ ਕਹਾਂਗਾ ਕਿ ਹਾਂ ਉਹ ਇਲਜ਼ਾਮ ਸਹੀ ਹੈ। ਕਿਉਂਕਿ ਅੱਜ ਕੱਲ੍ਹ ਤਾਂ ਗੂਗਲ ਦੇ ਉੱਤੇ ਸਰਚ ਮਾਰੋ, ਤੁਰੰਤ ਕੋਈ ਵੀ ਚੀਜ਼ ਨਿਕਲ ਜਾਂਦਾ ਹੈ। ਠੀਕ ਹੈ, ਲੇਕਿਨ ਜੇਕਰ ਮੰਨ ਲਓ ਤਸੱਦਦ ਦੀ ਗੱਲ ਤੁਸੀਂ ਕੀਤੀ, ਤੁਹਾਡੇ ਮਾਂ-ਪਿਓ ਨੂੰ ਕੋਈ ਗਾਲ ਕੱਢ ਕੇ ਬੋਲ ਰਿਹਾ ਹੈ ਨਾ, ਤਾਂ ਉਸ ਦਾ ਜਵਾਬ ਜੇਕਰ ਤੁਸੀਂ ਨਹੀਂ ਦਿੰਦੇ ਹੋ ਤਾਂ ਇਹ ਵੀ ਜਸਟੀਫਾਈਡ ਨਹੀਂ ਹੁੰਦਾ ਹੈ। ਠੀਕ ਹੈ, ਤੇ ਇਸ ਕਰਕੇ ਜਵਾਬ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਮੈਂ ਜਵਾਬ ਜ਼ਰੂਰ ਦਿੱਤਾ। ਠੀਕ ਹੈ, ਜਾਂ ਤਾਂ ਕੋਈ ਹੋਰ ਦੇਵੇ ਜਵਾਬ, ਮੈਂ ਮੌਕਾ ਵੀ ਦਿੱਤਾ ਕਿ ਤੁਸੀਂ ਦਿਓ। ਠੀਕ ਹੈ, ਜੇਕਰ ਕੋਈ ਹੋਰ ਜਵਾਬ ਨਹੀਂ ਦਿੰਦਾ ਹੈ ਤਾਂ ਉਹ ਜਵਾਬ ਦੇਣਾ ਮਤਲਬ ਮੇਰਾ ਫਰਜ਼ ਬਣਦਾ ਹੈ। ਠੀਕ ਹੈ ਨਾ, ਮੇਰਾ ਅਧਿਕਾਰ ਬਣਦਾ ਹੈ। ਤਾਂ ਉਸ ਅਧਿਕਾਰ ਦਾ ਮਤਲਬ ਉਹਨੂੰ ਤਾਂ ਮਤਲਬ ਵਰਤਣਾ ਚਾਹੀਦਾ ਹੈ ਨਾ, ਉਹ ਛੱਡਣਾ ਨਹੀਂ ਚਾਹੀਦਾ। ਰਾਜਨੀਤੀ ਬਹੁਤ ਚੱਲ ਰਹੀ ਹੈ, ਹੁਣ ਵੀ ਗਰਮਾਈ ਹੋਈ ਹੈ ਇਸ ਪੂਰੇ ਕੇਸ ਨੂੰ ਲੈ ਕੇ। ਹਾਲਾਂਕਿ ਬਹੁਤ ਸੈਂਸਿਟਿਵ ਇਸ਼ੂ ਸੀਗਾ, ਕੈਪਟਨ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਸੀ ਵੀ ਇਨਸਾਫ ਲੋਕਾਂ ਨੂੰ ਮਿਲੇਗਾ ਇਸ ਪੂਰੇ ਕੇਸ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ। ਹੁਣ ਵੀ ਰਾਜਨੀਤੀ ਗਰਮਾਈ ਹੈ। देखो, मैं पहला ही खास करके देखोगे बैसाखी वाले दिन मैं एक अपने फेसबुक पे एक पोस्ट पाई सी, ਉਹਦੇ ਵਿੱਚ ਪਹਿਲਾ ਹੀ ਲਾਈਨ ਸੀਗਾ ਕਿ ਨਾ ਇਸ ਮੁੱਦੇ ਨੂੰ ਪੋਲੀਟੀਸਾਈਜ਼ ਕੀਤਾ ਜਾਵੇ, ਨਾ ਇਸ ਮੁੱਦੇ ਨੂੰ ਗਲੈਮਰਾਈਜ਼ ਕੀਤਾ ਜਾਵੇ, ਕਿਉਂਕਿ ਮਸਲਾ ਬਹੁਤ ਹੀ ਸੰਵੇਦਨਸ਼ੀਲ ਹੈ। ਆਮ ਜਨਤਾ ਜੋ ਹੈ ਨਾ, ਆਮ ਪਬਲਿਕ ਹੈ, ਇਰਰਿਸਪੈਕਟਿਵ ਆਫ ਤੁਸੀਂ ਦੇਖੋਗੇ ਕਾਸਟ, ਰਿਲੀਜਨ, ਇਹ ਸਾਰਿਆਂ ਦਾ ਇਹਦੇ ਨਾਲ ਸੈਂਟੀਮੈਂਟ ਜੁੜਿਆ ਹੋਇਆ ਹੈ ਜੀ। ਠੀਕ ਹੈ, ਤੇ ਜੇਕਰ ਤੁਸੀਂ ਰਾਜਨੀਤੀ ਕਰਦੇ ਹੋ ਜਾਂ ਇਹਨੂੰ ਗਲੈਮਰਾਈਜ਼ ਕਰਦੇ ਹੋ ਨਾ, ਤਾਂ ਆਮ ਪਬਲਿਕ ਦੀਆਂ ਭਾਵਨਾਵਾਂ ਦੇ ਨਾਲ ਤੁਸੀਂ ਖਿਲਵਾੜ ਕਰਦੇ ਹੋ। ਤਾਂ ਮੈਂ ਕਿਹਾ ਸੀ ਕਿ ਇਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ। ਇਹ ਰਾਜਨੀਤੀ ਦਾ ਵਿਸ਼ਾ ਨਹੀਂ ਹੈ, ਇਹ ਬਹੁਤ ਹੀ ਸੰਵੇਦਨਸ਼ੀਲ ਮਤਲਬ ਤੁਸੀਂ ਕਹੋਗੇ ਨਾ, ਇਹ ਮੁੱਦਾ ਹੀ ਸੰਵੇਦਨਸ਼ੀਲ ਹੈ। ਤੇ ਇਹ ਜੋ ਪੰਜਾਬ ਸਟੇਟ ਹੈ ਨਾ, ਪੰਜਾਬ ਸਟੇਟ ਦੇ ਫਿਊਚਰ ਦੇ ਨਾਲ ਵੀ ਇਹ ਕਾਫੀ ਜ਼ਿਆਦਾ ਜੁੜਿਆ ਹੋਇਆ ਮਸਲਾ ਹੈ। ਤੇ ਇਸ ਦਾ ਇੱਕ ਸਮਾਧਾਨ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹਨੂੰ ਠੀਕ ਕਿਸ ਤਰ੍ਹਾਂ ਕੀਤਾ ਜਾਵੇ। ਠੀਕ ਹੈ, ਰਿਪੋਰਟ ਦੇ ਵਿੱਚ ਕੋਈ ਗੜਬੜੀ ਹੈ ਤਾਂ ਠੀਕ ਹੈ, ਤੁਸੀਂ ਕਹੋ ਨਾ ਕਿ ਇੱਥੇ ਗੜਬੜੀ ਹੈ, ਕੋਈ ਇੱਕ ਪੈਰਾਗ੍ਰਾਫ ਦਿਖਾ ਦਿਓ, ਮੈਨੂੰ ਕਹੋ ਕਿ ਇਸ ਰਿਪੋਰਟ ਦਾ ਇਹ ਪੈਰਾ ਗਲਤ ਹੈ ਜੀ। ਕਿਸੇ ਨੂੰ ਵੀ ਹਿੰਮਤ ਹੋਵੇ ਨਾ ਤਾਂ ਅੱਜ ਵੀ ਕੋਈ ਦਿਖਾ ਦੇਵੇ ਕਿ ਇਹ ਪੈਰਾ ਗਲਤ ਹੈ। ਮੈਨੂੰ ਤਾਂ ਅੱਜ ਤੱਕ ਕੋਈ ਮਿਲਿਆ ਹੀ ਨਹੀਂ। ਮਹੀਨਾ ਹੋ ਗਿਆ ਜੀ, ਬਹੁਤ ਸਾਰਾ ਮੀਡੀਆ ਦੇ ਵਿੱਚ ਟਰਾਇਲ ਹੋ ਗਿਆ, ਸਾਰਾ ਕੁਝ ਮੀਡੀਆ ਟਰਾਇਲ ਚੱਲ ਰਿਹਾ ਹੈ। ਕੋਈ ਇੱਕ ਪੈਰਾਗ੍ਰਾਫ, ਕੋਈ ਇੱਕ ਲਾਈਨ ਤਾਂ ਤੁਸੀਂ ਦਿਖਾ ਦਿਓ। ਮੈਂ ਉਸ ਪੋਸਟ ਦੇ ਵਿੱਚ ਆਪਣੇ ਇਹ ਵੀ ਪਾਇਆ ਸੀ ਕਿ ਇਸ ਰਿਪੋਰਟ ਦਾ ਜੋ ਸਾਡੀ ਰਿਪੋਰਟ ਹੈ ਜਾਂ ਚਲਾਨ ਹੈ, ਉਸ ਦਾ ਇੱਕ ਸੈਂਟੈਂਸ ਜੋ ਹੈ ਨਾ, ਆਪਣੇ ਆਪ ਦੇ ਵਿੱਚ ਇੱਕ ਐਵੀਡੈਂਸ ਹੈ, ਸਬੂਤ ਹੈ। ਠੀਕ ਹੈ, ਤਾਂ ਮਤਲਬ ਮੈਂ ਇਹੀ ਕਹਾਂਗਾ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਕਿਸੇ ਵੀ ਪੱਖ ਵੱਲੋਂ, ਕੋਈ ਵੀ ਹੋਵੇ। ਇਸ ਦਾ ਨਾ ਤਾਂ ਰਾਜਨੀਤੀਕਰਨ ਹੋਣਾ ਚਾਹੀਦਾ ਹੈ, ਨਾ ਕੋਈ ਰਾਜਨੀਤਿਕ ਫਾਇਦਾ ਮਤਲਬ ਲੈਣ ਦਾ ਕੋਈ ਪ੍ਰਯਾਸ ਕਰੇ। ਇਸ ਚੀਜ਼ ਨੂੰ ਜੋ ਮੰਨ ਲਓ ਗੜਬੜੀ ਮਤਲਬ ਕੁਸ਼ਤ ਤਰੀਕੇ ਦਾ ਕੇਸ ਖਰਾਬ ਹੋ ਗਿਆ, ਉਹਨੂੰ ਠੀਕ ਤਾਂ ਕੀਤਾ ਜਾਵੇ ਨਾ। ਜਨਤਾ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ।
ਜਿੰਨੇ ਕੌਨਫੀਡੈਂਸ ਦੇ ਨਾਲ ਤੁਸੀਂ ਸਬੂਤਾਂ ਦੀ ਗੱਲ ਕਰਦੇ ਹੋ, ਜਾਂਚ ਦੀ ਗੱਲ ਕਰਦੇ ਹੋ, ਲੱਗਦਾ ਕਿਤੇ ਨਾ ਕਿਤੇ ਫਿਰ ਕਮੀ ਰਹਿ ਗਈ? ਜਿਹੜੀ ਸਾਡੀ ਮਾਹਰ ਵਕੀਲਾਂ ਦੀ ਟੀਮ ਸੀਗੀ ਸਰਕਾਰ ਦੇ ਪੱਖੋਂ ਜਿਹੜੇ ਪੇਸ਼ ਹੁੰਦੇ ਸੀਗੇ, ਉੱਥੇ ਕਮੀ ਰਹਿ देखो कोई कमी किसी भी थां ते नहीं रही है। मैं तो यही कहांगा नहीं, तुसी ट्रायल कराओ, ट्रायल कराओगे फिर पता लगूगा ना जी। ਗਵਾਹਾਂ ਦੇ ਬਿਆਨ ਹੋਣਗੇ ਤਾਂ ਹੀ ਪਤਾ ਲੱਗੂਗਾ ਨਾ ਜੀ। ਬਿਆਨਾਂ ਦੇ ਨਾਲ ਜੋ ਸਬੂਤ ਹੋਰ ਦਿੱਤੇ ਗਏ ਨੇ, ਡਾਕੂਮੈਂਟਰੀ ਐਵੀਡੈਂਸ, ਉਹ ਜਦੋਂ ਅਦਾਲਤ ਦੇ ਵਿੱਚ ਸਾਹਮਣੇ ਰੱਖਿਆ ਜਾਊਗਾ ਫਿਰ ਪਤਾ ਲੱਗੂਗਾ ਨਾ। ਤਾਂ ਕੋਈ ਕਮੀ ਬੇਸ਼ੀ ਜਾਂ ਮਤਲਬ ਮੈਂ ਕਿਸੇ 'ਤੇ ਵੀ ਕੋਈ ਟੀਕਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ। ਇਹ ਜ਼ਰੂਰ ਹੈ ਕਿ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਜੋ ਸਾਡੇ ਸਰਕਾਰੀ ਵਕੀਲ ਸੀਗਾ, ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਸਾਡਾ ਪੱਖ ਰੱਖਿਆ, ਕਿਉਂਕਿ ਜੋ ਚੀਜ਼ ਇਧਰ ਮਾਨਯੋਗ ਹਾਈ ਕੋਰਟ ਦੇ ਵਿੱਚ ਇਤਰਾਜ਼ ਜਤਾਇਆ ਗਿਆ ਸੀ, ਉਹ ਸਾਰੇ ਇਤਰਾਜ਼ ਦੋ ਵਾਰੀ, ਇੱਕ ਮਾਨਯੋਗ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਤੇ ਇੱਕ ਵਾਰੀ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ, ਇਹ ਸਾਰੇ ਇਤਰਾਜ਼ ਉੱਥੇ ਵੀ ਲਗਾਏ ਗਏ ਸੀ। ਤੇ 15/11/2019 ਨੂੰ ਇਹ ਸਾਰੇ ਇਤਰਾਜ਼ ਖਾਰਿਜ ਹੋ ਗਏ ਸੀਗੇ ਤੇ ਕੇਸ ਨੂੰ ਟਰਾਇਲ ਵਾਸਤੇ ਉਹ ਕਰ ਦਿੱਤਾ ਗਿਆ ਸੀ। ਤੋ ਕੁਝ ਤਾਂ ਕੋਰੋਨਾ ਕਰਕੇ, ਕੁਝ ਉਸ ਕਰਕੇ ਟਰਾਇਲ ਦੇ ਵਿੱਚ ਮਤਲਬ ਚਾਰਜ ਫਰੇਮਿੰਗ ਦੇ ਵਿੱਚ ਡਿਲੇ ਚੱਲਦਾ ਆ ਰਿਹਾ ਸੀ। ਤੇ ਮਤਲਬ ਮੈਂ ਨਹੀਂ ਸਮਝਦਾ ਹਾਂ ਕਿ ਹਾਂ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਮਤਲਬ ਲਿਆ ਜਾਵੇ, ਕਿਉਂਕਿ ਜੋ ਇਨਵੈਸਟੀਗੇਸ਼ਨ ਹੈ, ਮਤਲਬ ਇਹ ਨਹੀਂ ਕਿ ਮੈਂ ਦਾਅਵਾ ਕਰਦਾ ਹਾਂ ਕਿਉਂਕਿ ਮੇਰੇ ਵੱਲੋਂ ਕੀਤਾ ਗਿਆ ਹੈ। ਤੁਸੀਂ ਕਿਸੇ ਹੋਰ ਵਿਅਕਤੀ ਨੂੰ ਵੀ ਦਿਖਾ ਸਕਦੇ ਹੋ, ਤੁਸੀਂ ਉਸ ਦੇ ਮਤਲਬ ਸਮਕਕਸ਼ ਤੁਸੀਂ ਕੋਈ ਅਮਰੀਕਾ, ਇੰਗਲੈਂਡ ਜਾਂ ਕਿਸੇ ਹੋਰ ਮਤਲਬ ਡਿਵੈਲਪਡ ਕੰਟਰੀ ਦੇ ਵਿੱਚ ਜਿੱਥੇ ਚੰਗੇ ਤਰੀਕੇ ਦੇ ਨਾਲ ਤਫਤੀਸ਼ ਹੁੰਦੀ ਹੈ, ਉਹ ਇਸ ਰਿਪੋਰਟ ਨੂੰ ਉਸ ਦੇ ਨਾਲ ਕੰਪੇਅਰ ਕਰਕੇ ਤੁਸੀਂ ਦੇਖ ਸਕਦੇ ਹੋ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਇਸ ਦੀ ਕੁਆਲਿਟੀ ਕੀ ਹੈ। ਤੁਸੀਂ ਆਪਣੀ ਜਾਂਚ ਨੂੰ ਜੇ ਓਵਰਆਲ ਇੱਕ ਵਿਊ ਦੇਖਣਾ ਹੋਵੇ, ਕਿਸ ਤਰੀਕੇ ਦੇ ਨਾਲ ਆਪਣੀ ਜਾਂਚ ਜਿਹੜੀ ਕੀਤੀ ਹੈ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਜੋ ਜਾਂਚ ਹੈ ਨਾ, ਇਹ ਮੇਰਾ ਇੱਕ ਐਡੀਸ਼ਨਲ ਕੰਮ ਸੀਗਾ। ਮੈਂ ਜਿਸ ਪੋਸਟ 'ਤੇ ਸੀਗਾ IG ਓਕੂ, ਉਸ ਦੇ ਨਾਲ ਨਾਲ ਇਹ ਕੰਮ ਚੱਲਦਾ ਸੀ। ਜਿੰਨੇ ਵੀ SIT ਦੇ ਮੈਂਬਰ ਸੀਗੇ ਉਹ ਆਪਣੇ ਆਪਣੇ ਪੋਸਟ 'ਤੇ ਸੀਗੇ ਅਤੇ ਇੱਕ ਐਡੀਸ਼ਨਲ ਇਹ ਸਾਡਾ ਇਹ ਕੰਮ ਸੀ। ਠੀਕ ਹੈ, ਤਾਂ ਜੋ ਸਾਡੀ ਜਾਂਚ ਹੈ, ਉਸ ਜਾਂਚ ਦੇ ਵਿੱਚ ਦੇਖੋ ਹੋ ਸਕਦਾ ਹੈ ਕਿ ਕੋਈ ਕਮੀ ਰਹਿ ਜਾਏ, ਠੀਕ ਹੈ, ਲੇਕਿਨ ਅਸੀਂ ਥੱਲੇ ਲਿਖਦੇ ਹਾਂ ਗਵਾਹਾਂ ਦੀ ਸੰਖਿਆ ਲੋੜ ਅਨੁਸਾਰ ਵਧਾਈ ਵੀ ਜਾ ਸਕਦੀ ਹੈ, ਘਟਾਈ ਵੀ ਜਾ ਸਕਦੀ ਹੈ, ਅਤੇ ਇਹ ਤਫਤੀਸ਼ ਕੰਟੀਨਿਊਅਸ ਚੱਲਦਾ ਹੈ। ਠੀਕ ਹੈ, ਲੇਕਿਨ ਜਦੋਂ ਅਸੀਂ ਚਲਾਨ ਫਾਈਲ ਕਰਦੇ ਹਾਂ ਨਾ ਜੀ, ਇੱਕ ਵਕੀਲ, 2 ਵਕੀਲ, 3 ਵਕੀਲ, 4 ਵਕੀਲ, ਆਪਣੀ ਤਫਤੀਸ਼ ਤੋਂ ਬਾਅਦ ਵੀ ਇਹ ਚੈੱਕ ਕਰਾਉਂਦੇ ਹਾਂ ਅਸੀਂ। ਇਹ ਹਰੇਕ ਅਫਸਰ, ਭਾਵੇਂ ਇੱਕ ਛੋਟਾ ਸਾ ਵੀ ਚਲਾਨ ਪੇਸ਼ ਹੁੰਦਾ ਹੈ ਨਾ, ਅਤੇ ਬਹੁਤ ਮਾਹਿਰ ਵਕੀਲਾਂ ਦੇ ਨਾਲ ਸਲਾਹ ਲੈ ਕੇ ਚਲਾਨ ਪੇਸ਼ ਕੀਤਾ ਜਾਂਦਾ ਹੈ। ਅਤੇ ਇਸ ਕਰਕੇ ਕੋਈ ਇਹ ਨਹੀਂ ਕਹਿ ਸਕਦਾ ਹੈ ਕਿ ਉਹਦੇ ਵਿੱਚ ਕਮੀ ਰਹਿ ਗਈ ਹੈ। ਅਤੇ ਉਸ ਕਮੀ ਵਾਸਤੇ ਵੀ, ਕਮੀ ਨੂੰ ਸੁਧਾਰ ਕਰਨ ਵਾਸਤੇ ਵੀ ਜਾਫਤਾ ਫੌਜਦਾਰੀ CRPC ਦੀ ਧਾਰਾ 173(8) ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇਕਰ ਕੋਈ ਕਮੀ ਰਹਿ ਗਈ ਹੈ ਅਤੇ ਕਿਸੇ ਵੀ ਸਟੇਜ 'ਤੇ ਉਹ ਕਮੀ ਨਜ਼ਰ ਦੇ ਵਿੱਚ ਜੇਕਰ ਆ ਗਈ ਤਾਂ ਤੁਸੀਂ 173(8) ਦੇ ਤਹਿਤ ਸਪਲੀਮੈਂਟਰੀ ਚਲਾਨ ਮਾਨਯੋਗ ਅਦਾਲਤ ਦੇ ਵਿੱਚ ਦੇ ਸਕਦੇ ਹੋ। ਤਾਂ ਮੰਨ ਲਓ ਜੇਕਰ ਕੋਈ ਕਮੀ ਹੈ ਤਾਂ ਮੈਨੂੰ ਦੱਸ ਦਿਓ ਨਾ ਕਿ ਇਹਦੇ ਵਿੱਚ ਇੱਕ ਕਮੀ ਹੈ, ਮੈਂ ਸਪਲੀਮੈਂਟਰੀ ਰਿਪੋਰਟ ਦੇ ਦੇਵਾਂਗਾ। ਅੱਜ ਤੱਕ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ। ਤੇ ਜੋ ਸਾਡੀ ਰਿਪੋਰਟ ਸੀਗੀ, ਉਸ ਰਿਪੋਰਟ ਤੇ ਤੁਸੀਂ ਦੇਖੋਗੇ ਸਰਕਾਰ ਦਾ ਅਪਰੂਵਲ ਹੈ। ਕਿਉਂਕਿ ਕੋਈ ਪਬਲਿਕ ਸਰਵੈਂਟ ਹੈ ਜਾਂ ਪੁਲਿਸ ਦਾ ਅਧਿਕਾਰੀ ਹੈ, ਉਸ ਦੇ ਖਿਲਾਫ ਜੇਕਰ ਕੋਈ ਚਲਾਨ ਪੇਸ਼ ਕੀਤਾ ਜਾਂਦਾ ਹੈ ਤਾਂ ਸਰਕਾਰ ਦਾ ਅਪਰੂਵਲ ਲੈਣਾ ਜ਼ਰੂਰੀ ਹੁੰਦਾ ਹੈ। ਤਾਂ ਸਰਕਾਰ ਨੇ ਤਾਂ ਵੱਲੋਂ ਤਾਂ ਅਪਰੂਵਲ ਦਿੱਤਾ ਗਿਆ ਹੈ, ਉਹਦੇ ਵਿੱਚ ਸਾਰਾ ਤੁਸੀਂ ਦੇਖੋਗੇ ਨਾ, ਜਿਸ ਤਰ੍ਹਾਂ ਮੰਨ ਲਓ 6 ਪੇਜ ਲਿਖੇ ਹੋਏ ਨੇ ਸਰਕਾਰ ਦੇ ਵੱਲੋਂ ਜੋ ਅਪਰੂਵਲ ਹੈ, ਹੋਮ ਡਿਪਾਰਟਮੈਂਟ ਵੱਲੋਂ ਸਾਰਾ ਚੀਜ਼ ਕਿ ਚਲਾਨ ਨੂੰ ਪੜ੍ਹਿਆ ਗਿਆ, ਜਿਨ੍ਹਾਂ ਵਿਅਕਤੀਆਂ ਨੂੰ ਚਲਾਨ ਕੀਤਾ ਗਿਆ ਹੈ ਉਹਨਾਂ ਦੇ ਖਿਲਾਫ ਐਵੀਡੈਂਸ ਨੂੰ ਵਾਚਿਆ ਗਿਆ ਅਤੇ ਸਾਰਾ ਕੁਝ ਦਰੁਸਤ ਪਾਉਣ ਤੋਂ ਬਾਅਦ ਅਸੀਂ ਉਹਨਾਂ ਦੇ ਖਿਲਾਫ ਸਮਾਇਤ ਮਨਜ਼ੂਰੀ ਦਿੰਦੇ ਹਾਂ ਤਾਂ ਜੋ ਇਹਨਾਂ ਦੇ ਖਿਲਾਫ ਮਾਨਯੋਗ ਅਦਾਲਤ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਜੇਕਰ ਸਰਕਾਰ ਦਾ ਅਪਰੂਵਲ ਨਾ ਰਹੇ ਤਾਂ ਕੋਰਟ ਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਸਕਦੀ ਹੈ। ਤਾਂ ਸਾਡੀ ਰਿਪੋਰਟ ਦੇ ਉੱਤੇ ਸਰਕਾਰ ਦਾ ਸਟੈਂਪ ਵੀ ਲੱਗਿਆ ਹੋਇਆ ਹੈ, ਮੋਹਰ ਵੀ ਲੱਗਿਆ ਹੋਇਆ ਹੈ। ਠੀਕ ਹੈ ਕਿ ਨਹੀਂ? ਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਰਿਪੋਰਟ ਦੇ ਵਿੱਚ ਖਰਾਬੀ ਹੈ? ਜੇਕਰ ਖਰਾਬੀ ਹੈ ਤਾਂ ਤੁਸੀਂ ਪੁਆਇੰਟ ਆਊਟ ਕਰ ਦਿਓ, ਅਸੀਂ ਸਪਲੀਮੈਂਟਰੀ ਚਲਾਨ ਦੇ ਸਕਦੇ ਸੀ। ਠੀਕ ਹੈ ਕਿ ਨਹੀਂ? ਲਾਲ ਡਾਇਰੀ ਦੇ ਵਿੱਚ ਵੀ ਕਹਿੰਦੇ ਤੁਹਾਡਾ ਨਾਮ ਦਰਜ ਹੋ ਗਿਆ। ਇਹ ਸਭ ਮਸਲਾ ਪੁਰਾਣਾ ਹੋ ਗਿਆ। ਲਾਲ ਡਾਇਰੀ, ਲਾਲ ਪੈਨ, ਉਹ ਸਾਰਿਆਂ ਦੇ ਕੋਲ ਹੁੰਦਾ ਹੈ। ਜੋ ਮਤਲਬ ਲਾਲ ਡਾਇਰੀ ਤੇ ਨੀਲੀ ਡਾਇਰੀ ਤੇ ਲਾਲ ਪੈਨ ਇੱਕ ਉੱਪਰ ਹੁੰਦਾ ਹੈ। ਠੀਕ ਹੈ ਕਿ ਨਹੀਂ? ਤੇ ਉਹ ਡਾਇਰੀ ਦੇ ਵਿੱਚ ਲਿਖਦੇ ਨੇ, ਕੋਈ ਨਾ ਕੋਈ ਉਹ ਉੱਪਰ ਲਿਖਦਾ ਹੈ। ਠੀਕ ਹੈ ਕਿ ਨਹੀਂ? ਤਾਂ ਉਹ ਜੋ ਡਾਇਰੀ ਹੁੰਦੀ ਹੈ, ਉਹ ਜੋ ਪੈਨ ਹੁੰਦਾ ਹੈ ਨਾ, ਉਹ ਸਰਵੋਪਰੀ ਹੁੰਦਾ ਹੈ। ਠੀਕ ਹੈ, ਰੀਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਇਸ ਪੂਰੇ ਕੇਸ ਦੀ। ਦੇਖੋ, ਮੈਂ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ, ਲੇਕਿਨ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਅਸੀਂ ਜਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ, ਤੁਸੀਂ ਰੀਇਨਵੈਸਟੀਗੇਸ਼ਨ ਜੇਕਰ ਸ਼ੁਰੂ ਕਰੋਗੇ ਨਾ, ਸਾਲ, 2 ਸਾਲ, 4 ਸਾਲ, 6-7 ਸਾਲ ਲਗਾ ਸਕਦੇ ਹੋ, ਕੋਈ ਸਿੱਟਾ ਨਿਕਲਣਾ ਨਹੀਂ ਹੁੰਦਾ। ਇਹਦੇ ਵਿੱਚ ਨਿਕਲਣਾ ਹੀ ਨਹੀਂ ਹੈ। ਰੀਇਨਵੈਸਟੀਗੇਸ਼ਨ ਇੱਕ ਤਰੀਕੇ ਦੇ ਨਾਲ ਸੰਭਵ ਹੀ ਨਹੀਂ ਹੈ ਇਸ ਕੇਸ ਦਾ। ਠੀਕ ਹੈ,
ਕਿਉਂ? ਕਿਉਂਕਿ ਉਹ ਸਾਰੇ ਗਵਾਹ ਦੁਬਾਰਾ ਨਹੀਂ ਆਉਣਗੇ। ਜਿਹਨਾਂ ਗਵਾਹਾਂ ਨੂੰ ਅਸੀਂ ਬਹੁਤ ਮੁਸ਼ਕਿਲ ਦੇ ਨਾਲ ਅਸੀਂ ਲੱਭ ਕੇ ਲੈ ਕੇ ਆਏ। ਮਲੇਰਕੋਟਲਾ ਸਾਨੂੰ ਜਾਣਾ ਪਿਆ, ਪਿੰਡਾਂ ਦੇ ਵਿੱਚ ਘੁੰਮਣਾ ਪਿਆ, ਕਿਉਂਕਿ ਉਸ ਨਾਂ ਦਾ ਬੰਦਾ, ਮਤਲਬ ਐਸੇ ਵਿਅਕਤੀ ਤੁਸੀਂ ਦੇਖੋਗੇ ਜੋ ਤੁਰ ਫਿਰ ਵੀ ਨਹੀਂ ਸਕਦੇ ਨੇ, ਉਹਨਾਂ ਨੂੰ ਗੋਲੀ ਲੱਗੀ ਹੈ ਜਾਂ ਕੋਈ ਮਤਲਬ ਇਸ ਤਰੀਕੇ ਦੇ ਨਾਲ ਉਹਨੂੰ ਇੰਜੂਰੀ ਹੋਈ ਕਿ ਉਹ ਮਤਲਬ ਪੈਰਾਲਾਈਸਿਸ ਟਾਈਪ ਦਾ ਹੋ ਗਿਆ ਹੈ, ਉਹ ਬਿਆਨ ਨਹੀਂ ਦੇ ਸਕਦਾ ਹੈ। ਇੱਕ ਐਸਾ ਵੀ ਕੇਸ ਆਇਆ ਕਿ ਅਸੀਂ ਉਹਨਾਂ ਦੇ ਫਾਦਰ ਦਾ ਬਿਆਨ ਲਿਖਿਆ, ਪਿਓ ਦਾ ਬਿਆਨ ਲਿਖਿਆ ਅਸੀਂ ਪਿੰਡ ਦੇ ਵਿੱਚ ਜਾ ਕੇ, ਲੇਕਿਨ ਕਿਉਂਕਿ ਉਹ ਲੜਕਾ ਬੋਲ ਵੀ ਨਹੀਂ ਸਕਦਾ ਹੈ, ਮਾਈਨਰ ਲੜਕਾ ਸੀਗਾ। ਅਤੇ ਇਸ ਤਰੀਕੇ ਦੇ ਨਾਲ ਅਸੀਂ ਪਿੰਡ ਬਠਿੰਡਾ ਦੇ ਪਿੰਡਾਂ ਦੇ ਵਿੱਚ, ਮੁਕਤਸਰ ਦੇ ਪਿੰਡਾਂ ਦੇ ਵਿੱਚ, ਹਰੇਕ ਥਾਂ 'ਤੇ ਜਿੱਥੇ ਸਾਨੂੰ ਪਤਾ ਲੱਗਦਾ ਗਿਆ, ਅਸੀਂ ਇਨਵੈਸਟੀਗੇਸ਼ਨ ਦਾ ਕੀ ਮਤਲਬ ਹੁੰਦਾ ਹੈ? ਸਰਚ ਕਰਨਾ, ਰਿਸਰਚ ਕਰਨਾ, ਇਹ ਇਨਵੈਸਟੀਗੇਟ ਕਰਦੇ ਗਏ ਅਸੀਂ ਸਾਰਾ ਕੁਝ। ਤਾਂ ਉਹ ਜੇਕਰ ਉਹ ਸਾਰਾ ਪ੍ਰੋਸੈਸ ਤੁਸੀਂ ਅਡੋਪਟ ਕਰੋਗੇ ਨਾ, ਤਾਂ ਉਹ ਸੰਭਵ ਨਹੀਂ ਹੈ ਕਿ ਦੁਬਾਰਾ ਤੁਸੀਂ ਉਸ ਚੀਜ਼ ਨੂੰ ਉਸੇ ਤਰੀਕੇ ਦੇ ਨਾਲ ਕਰ ਲਓ ਜਾਂ ਆਪਣੇ ਤਰੀਕੇ ਦੇ ਨਾਲ ਵੀ ਕਰਨਾ ਹੈ। ਮੇਰੇ ਹਿਸਾਬ ਦੇ ਨਾਲ ਸੰਭਵ ਨਹੀਂ ਹੈ, ਜੋ ਮੇਰਾ ਤਜਰਬਾ ਹੈ। ਇਨਸਾਫ ਮਿਲਣ ਦੀ ਉਮੀਦ ਹੈ ਲੋਕਾਂ ਨੂੰ? ਦੇਖੋ, ਅਸੀਂ ਹੋਪ ਨਹੀਂ ਛੱਡ ਸਕਦੇ ਜੀ, ਉਮੀਦ ਨਹੀਂ ਛੱਡਣੀ ਚਾਹੀਦੀ ਹੈ, ਠੀਕ ਹੈ, ਅਤੇ ਆਸ ਰੱਖਣੀ ਚਾਹੀਦੀ ਹੈ, ਠੀਕ ਹੈ ਕਿ ਨਹੀਂ? ਆਸ ਜ਼ਰੂਰ ਰੱਖਣੀ ਚਾਹੀਦੀ। ਨਵੀਂ SIT ਬਣਾ ਦਿੱਤੀ ਗਈ ਹੈ। ਮੈਂ ਸਿਰਫ ਨਵੀਂ SIT ਨੂੰ ਇਹੀ ਕਹਾਂਗਾ, ਮੇਰੇ ਵੱਲੋਂ ਬੈਸਟ ਵਿਸ਼ੇਜ, ਸ਼ੁਭਕਾਮਨਾਵਾਂ, ਇਸ ਤੋਂ ਇਲਾਵਾ ਮੈਂ ਹੋਰ ਕੁਝ ਨਹੀਂ ਕਹਾਂ। ਸਾਥ ਦਿਓਗੇ ਉਹਨਾਂ ਦਾ ਜੇ ਲੋੜ ਪਈ ਤੁਹਾਡੀ? ਨਹੀਂ, ਦੇਖੋ, ਮੈਨੂੰ ਵੱਖ ਕਰ ਦਿੱਤਾ ਗਿਆ ਹੈ ਤਾਂ ਉਹਨਾਂ ਦਾ ਸਾਥ ਮੈਂ ਦੇ ਹੀ ਨਹੀਂ ਸਕਦਾ ਹਾਂ। ਕਾਨੂੰਨੀ ਰੂਪ ਦੇ ਨਾਲ ਤੁਸੀਂ ਦੇਖੋਗੇ ਤਾਂ ਉਸ ਦੇ ਨਾਲ ਮੇਰਾ ਕੋਈ ਜੁੜਾਵ ਨਹੀਂ ਰਹੇਗਾ। ਆਖਰੀ ਸਵਾਲ ਲਊਂਗਾ, ਬਹੁਤ ਚਰਚਾਵਾਂ ਨੇ, ਕਹਿੰਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਨਹੀਂ ਜੀ, ਮੈਂ ਨੌਕਰੀ ਤਾਂ ਛੱਡੀ, ਸਿਆਸਤ ਦੇ ਵਿੱਚ ਕਹਿੰਦੇ ਜਾਣ ਦੀ। ਮੈਂ ਨੌਕਰੀ ਛੱਡੀ ਹੈ ਜੀ, ਨੌਕਰੀ ਛੱਡੀ ਹੈ। ਜਿਨ੍ਹਾਂ ਹਾਲਾਤਾਂ ਦੇ ਵਿੱਚ ਨੌਕਰੀ ਛੱਡੀ ਹੈ ਜੀ, ਕੋਈ ਸੋਚ ਵੀ ਨਹੀਂ ਸਕਦਾ ਹੈ। ਤੇ ਜੋ ਹਾਲਾਤ ਨੇ, ਮੈਨੂੰ ਇਸ ਤਰ੍ਹਾਂ ਦੇ ਸਵਾਲ ਜਦੋਂ ਕੀਤੇ ਜਾਂਦੇ ਨੇ ਤਾਂ ਚੰਗਾ ਨਹੀਂ ਲੱਗਦਾ ਹੈ। ਕਿ ਮੈਂ ਇਹੀ ਕਹਾਂਗਾ ਕਿ ਮਤਲਬ ਇਸ ਤਰ੍ਹਾਂ ਦਾ ਹਾਲਾਤ ਨਾ ਆਵੇ ਕਿ ਕਿਸੇ ਨੂੰ ਇਸ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਵੇ, ਅਤੇ ਲੋਕ ਮਜ਼ਾਕ ਉਡਾਉਂਦੇ ਨੇ ਇਸ ਚੀਜ਼ ਦਾ, ਠੀਕ ਹੈ ਕਿ ਨਹੀਂ? ਜਲੇ ਦੇ ਉੱਤੇ ਨਮਕ ਛਿੜਕਣਾ ਜਿਸ ਨੂੰ ਕਿਹਾ ਜਾਂਦਾ ਹੈ ਨਾ, ਅਤੇ ਇਹ ਮਜ਼ਾਕ ਲੋਕ ਉਡਾਉਂਦੇ ਨੇ। ਨੌਕਰੀ ਛੱਡਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਹੈ, ਅਤੇ ਇਸ ਕਰਕੇ ਇਸ ਤਰ੍ਹਾਂ ਦਾ ਸਵਾਲ ਨਹੀਂ ਆਉਣਾ ਚਾਹੀਦਾ ਹੈ। ਗੱਲਬਾਤ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੇ ਕੋਟਕਪੂਰਾ ਗੋਲੀ ਕਾਂਡ ਦੇ ਪਿਛੋਕੜ ਤੋਂ ਲੈ ਕੇ ਜਾਂਚ ਰਿਪੋਰਟ ਦੇ ਨਾਲ ਆਉਣ ਵਾਲੀ SIT ਨੂੰ ਵੀ ਸੁਝਾਅ ਦਿੱਤਾ ਹੈ। ਤਾਂ ਵਿਸਥਾਰ ਦੇ ਵਿੱਚ ਇਸ ਪੂਰੇ ਗੰਭੀਰ ਮਸਲੇ ਦੇ ਉੱਤੇ ਚਰਚਾ ਹੋਈ ਹੈ, ਆਪਣੇ ਵਿਚਾਰ ਉਹਨਾਂ ਨੇ ਰੱਖੇ ਨੇ। ਜਾਂਚ ਦੇ ਦੌਰਾਨ ਕਿਸ ਤਰੀਕੇ ਦੀਆਂ ਪਰੇਸ਼ਾਨੀਆਂ ਆਈਆਂ, ਕਿੱਥੋਂ ਗਵਾਹ ਲਿਆਂਦੇ ਔਰ ਕਿੱਥੋਂ ਗਵਾਹੀਆਂ ਕਰਵਾਈਆਂ, ਇਹ ਪੂਰੀ ਤੁਹਾਨੂੰ ਡਿਟੇਲ ਅੱਜ IG ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਵੱਲੋਂ ਇਸ ਇੰਟਰਵਿਊ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਇਸ ਰਿਪੋਰਟ ਦੇ ਹਰ ਉਸ ਅੰਸ਼ ਦੇ ਉੱਤੇ ਇੱਕ ਝਾਤ ਮਰਵਾਈ ਹੈ, ਜਿਸ ਅੰਸ਼ ਦੇ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਅੰਮ੍ਰਿਤਸਰ।